ਪਹਿਲਾਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੱਜਣਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰੇਜ਼ ਕੀਤਾ ਸੀ, ਮਗਰ ਕਿਸ ਤਰ੍ਹਾਂ ਸਾਰੇ ਕੰਮ ਨੂੰ ਕਵਰ ਅਪ ਕੀਤਾ ਜਾ ਰਿਹਾ ਹੈ ਔਰ ਇਹ ਵੱਡੇ ਸਕੈਂਡਲ ਨੇ, ਵੱਡੇ ਕਰਪਸ਼ਨ ਦੇ ਇਸ਼ੂ ਨੇ, ਉਹ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਤੁਹਾਨੂੰ ਯਾਦ ਹੋਊਗਾ ਇੱਕ ਬੜੀ ਚਰਚਿਤ ਇੱਕ MLA ਸਾਹਿਬ ਨੇ, ਜਿਨ੍ਹਾਂ ਨੂੰ ਹੁਣੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ, ਮੈਨੂੰ ਨਹੀਂ ਪਤਾ ਸੀਗਾ ਕਿ ਪ੍ਰਧਾਨਗੀ ਦੇ ਨਾਲ ਨਾਲ ਉਹਨਾਂ ਨੇ ਇੱਕ ਡਰਾਈ ਕਲੀਨਿੰਗ ਦੀ ਦੁਕਾਨ ਵੀ ਸ਼ੁਰੂ ਕੀਤੀ ਹੈ। ਕਿ ਪਹਿਲਾਂ ਜਿਹਦੇ ਖਿਲਾਫ ਅੰਜਾਮ ਬੜੇ ਸੀਰੀਅਸ ਐਲੀਗੇਸ਼ਨ ਲੱਗਦੇ ਸੀ ਆਫ ਮਾਈਨਿੰਗ, ਇਲੀਗਲ ਮਾਈਨਿੰਗ ਦੇ, ਔਰ ਅਖਬਾਰਾਂ ਨੇ, ਤੁਸੀਂ ਸਾਰਿਆਂ ਨੇ ਬੜੀਆਂ ਖਬਰਾਂ ਚਲਾਈਆਂ। ਫਿਰ ਨਾਲ ਹੀ ਉਹਨਾਂ ਤੇ ਇਲੀਗਲ ਸ਼ਰਾਬ ਦੇ, ਕਿਵੇਂ ਉਹਨਾਂ ਦਾ ਇੱਕ ਅਮਰੀਕ ਸਿੰਘ ਸਰਪੰਚ ਸੀ, ਉਹਦੀ ਵਾਈਫ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ, ਉੱਥੋਂ ਕਿੱਡੀ ਵੱਡੀ ਮਾਤਰਾ 'ਚ ਲੋਕਡਾਊਨ ਦੇ ਸਮੇਂ 'ਚ ਮਦਨ ਲਾਲ ਜਲਾਲਪੁਰਾ ਦੇ ਬਹੁਤ ਵੱਡੇ ਕਰਪਸ਼ਨ ਦੇ ਸਕੈਂਡਲ ਸਾਹਮਣੇ ਆਏ। ਔਰ ਉਸ ਵੇਲੇ ਵੀ ਉਸ ਵਕਤ ਦੇ ਜਿਹੜੇ SSP ਸਾਹਿਬ ਸੀ ਮਨਦੀਪ ਸਿੰਘ ਜੀ ਸਿੱਧੂ ਸਾਹਿਬ, ਉਹਨਾਂ ਨੂੰ ਜਦੋਂ ਕਿਸੇ ਗੱਲ ਤੇ ਅਖੀਰ ਤੱਕ ਪਹੁੰਚਣ ਲੱਗਦੇ ਸੀ, ਉਹ ਤੋਂ ਪਹਿਲਾਂ ਉਹਨਾਂ ਨੂੰ ਟ੍ਰਾਂਸਫਰ ਕਰਤਾ ਗਿਆ। ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ MLA ਸਾਰੇ ਇਕੱਠੇ ਹੋ ਕੇ ਅਗੇਂਸਟ ਮਨਦੀਪ ਸਿੰਘ ਸਿੱਧੂ ਬੜਾ ਆਵਾਜ਼ ਉਠਾਈ ਸੀ। ਜਿਸ MLA ਦੇ ਚਰਚੇ ਕੇਵਲ ਵਿਰੋਧੀ ਨਹੀਂ, ਮੈਂ ਸਮਝਦਾ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਹਰ ਬੰਦੇ ਨੇ ਰੌਲਾ ਪਾਇਆ। ਔਰ ਕੁਝ ਦਿਨ ਪਹਿਲਾਂ ਤਾਂ ਆਹ ਫੋਟੋ ਵੀ ਆਈ ਸੀ, ਕਾਂਗਰਸ ਲੀਡਰਾਂ ਨੇ ਵੀ ਕਹਿਤਾ ਕਿ ਅਸੀਂ ਦੁਖੀ ਆ ਗਏ ਹਾਂ। ਔਰ ਉਹ ਕਹਿੰਦੇ ਆਈ ਹੈਵ ਨੈਵਰ ਟੋਲਰੇਟਡ ਇਲੀਗਲ ਮਾਈਨਿੰਗ ਐਂਡ ਲਿਕਰ ਟ੍ਰੇਡ। ਮਤਲਬ ਇਹ ਜਿਹੜਾ ਇਲੀਗਲ ਮਾਈਨਿੰਗ ਔਰ ਲਿਕਰ ਟ੍ਰੇਡ ਦੇ ਖਿਲਾਫ ਸਾਰੇ ਲੀਡਰਾਂ ਨੇ ਵੀ ਕਹਿਤਾ ਕਿ ਇਹ ਚਲਾਉਣ ਵਾਲਾ ਬੰਦਾ ਇੱਕ ਮਦਨ ਲਾਲ ਜਲਾਲਪੁਰੇ ਦਾ ਨਾਂ ਸਾਹਮਣੇ ਆਉਂਦਾ। ਔਰ ਮੈਂ ਉਹ ਫੋਟੋ ਵਿਖਾ ਦਿਆਂ, ਕਿਉਂਕਿ ਮੈਂ ਜਦ ਵੀ ਇਹ ਵੀਡੀਓ ਤੇ ਫੋਟੋ ਵੇਖਦਾ ਤੇ ਮੈਨੂੰ ਤਾਂ ਹਾਸਾ ਵੀ ਆਉਂਦਾ ਔਰ ਹੈਰਾਨਗੀ ਵੀ ਹੁੰਦੀ ਹੈ ਕਿ ਕਮਾਲ ਦੀ ਇਹ ਤਾਂ ਮੈਨੂੰ ਲੱਗਦਾ ਸਿੱਧੂ ਐਂਡ ਸਿੱਧੂ ਡਰਾਈ ਕਲੀਨਰਸ ਹੋ ਗਏ। ਜਿਹੜਾ ਇਹਨਾਂ ਕੋਲ ਆ ਜੇ ਉਹ ਤਾਂ ਇੱਥੇ 5 ਵਾਰ ਆਵਾਂ, 10 ਵਾਰ ਆਵਾਂ, 50 ਵਾਰ ਆਵਾਂ, ਇਹ ਮਦਨ ਲਾਲ ਜਲਾਲਪੁਰ ਦਾ ਇਲੈਕਸ਼ਨ ਨਹੀਂ, ਇਹ ਨਵਜੋਤ ਸਿੰਘ ਸਿੱਧੂ ਦਾ ਇਲੈਕਸ਼ਨ। ਮਤਲਬ ਕਿ ਹੁਣ ਆ ਦੂਜੀ ਫੋਟੋ ਵਿਖਾ ਦੇ ਜਦੋਂ ਲੱਡੂ ਖਵਾਉਂਦੇ ਆ, ਉਹਦੀ ਵੀ ਵਿਖਾ ਦੀ ਜਿਹੜੀ ਉਹ ਵੀਡੀਓ ਚੜਾ ਰਿਹਾ ਬੜੇ ਪਿਆਰ ਨਾਲ। ਕਹਿਣ ਦਾ ਭਾਵ ਕਿ ਅੱਜ ਜਿਹੜਾ PPCC ਦਾ ਦਫ਼ਤਰ ਹੈ, ਉਹਨੂੰ ਇਲੀਗਲ ਮਾਈਨਿੰਗ, ਇਲੀਗਲ ਸ਼ਰਾਬ, 2 ਨੰਬਰ ਦੇ ਧੰਦੇ ਕਰਨ ਵਾਲੇ ਲੋਕਾਂ ਨੇ ਟੇਕ ਓਵਰ ਕਰਤਾ। ਔਰ ਜਿਨ੍ਹਾਂ ਦੇ ਖਿਲਾਫ ਐਡੇ ਸੀਰੀਅਸ ਐਲੀਗੇਸ਼ਨ ਸੀ, ਜਿਹੜੇ ਐਲੀਗੇਸ਼ਨ ED ਨੇ ਵੀ ਪ੍ਰੋਬ ਕਰਨੇ ਸ਼ੁਰੂ ਕੀਤੇ ਸੀ, ਔਰ ਸਭ ਨੂੰ ਪਤਾ ਉਹ ਫਾਈਲਾਂ ਨਹੀਂ ਦਿੱਤੀਆਂ ਗਿਆ, ਇੱਕ ਕਵਰ ਅਪ ਹੋਇਆ। ਅੱਜ ਉਹ ਬੰਦੇ ਬਹੁਤ ਚੰਗੇ ਬਣ ਗਏ। ਹੁਣ ਉਸ ਬੰਦੇ ਨੇ ਤਾਜ਼ਾ ਕੰਮ ਕਿਹੜਾ ਕੀਤਾ? ਔਰ ਮੈਂ ਉਹ ਖਬਰ ਫੜ ਕੇ ਵੀ ਹੈਰਾਨ ਰਹਿ ਗਿਆ। ਇਹ ਮਦਨ ਲਾਲ ਜਲਾਲਪੁਰਾ ਜੀ ਨੇ, ਉਹਨਾਂ ਦੇ ਨਾਲ ਜਸਦੇਵ ਸਿੰਘ ਹੈ ਜਿਹੜਾ ਇਹਨਾਂ ਦਾ ਭਾਂਜਾ ਹੈ, ਔਰ ਭਾਂਜੇ ਦੇ ਵਾਸਤੇ ਸਾਰੇ ਕਾਨੂੰਨ ਛਿੱਕੇ ਤੇ ਟੰਗ ਤੇ। ਇੱਕ ਇੰਸਪੈਕਟਰ ਨੂੰ ਇਸ ਜਿਹੜਾ ਭਾਂਜਾ ਨੇ 5,04,91,899 ਬੋਰੀਆਂ ਦਾ ਗਬਨ ਕੀਤਾ, ਜਿਹਦੀ ਅਮਾਉਂਟ ਜੇ ਕੈਲਕੂਲੇਟ ਕਰੀਏ ਤੇ FIR 'ਚ ਜਿਹੜੀ FIR ਦਰਜ ਹੋਈ ਹੈ ਇਹਦੇ 'ਚ 20 ਕਰੋੜ ਕਹਿ ਰਹੇ ਆ, ਮਗਰ ਅਸਲ ਤੌਰ ਤੇ ਜਿਹੜੀ ਸਾਰੀ ਉਹ ਕਰਪਸ਼ਨ ਦਾ ਲਾਈਏ ਤੇ ਕੋਈ ਮਿਨੀਮਮ ਟੂ ਮਿਨੀਮਮ ਵੀ 26 ਕਰੋੜ ਦਾ ਉੱਥੇ ਆંકੜੇ ਦੱਸਦੇ ਆ। ਮਗਰ ਇੱਕ ਰੂਲ ਹੈ। ਦੇਖੋ, ਮਦਨ ਲਾਲ ਜਲਾਲਪੁਰੇ ਨੂੰ ਪੁੱਛਿਆ ਗਿਆ ਕਿ ਤੇਰੇ ਭਾਂਜੇ ਦਾ ਇਹ ਕਰਤੂਤ, ਤੇ ਮੈਂ ਬਿਆਨ ਸੁਣ ਕੇ ਬੜਾ ਹੈਰਾਨ ਹੋਇਆ। ਵਿਧਾਇਕ ਦੇ ਭਾਂਜੇ ਵੱਲੋਂ ਕਰੋੜਾਂ ਦੀ ਕਣਕ ਖੁਰਦ-ਬੁਰਦ, ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਵੱਲੋਂ 8 ਗੋਦਾਮਾਂ ਦਾ ਜਾਂਚ ਸ਼ੁਰੂ ਹੋਈ ਹੈ। ਇੱਕ ਇੰਸਪੈਕਟਰ ਨੂੰ ਵੱਧ ਤੋਂ ਵੱਧ 2 ਗੋਦਾਮ ਦਿੱਤੇ ਜਾਂਦੇ, ਐਕਟ ਕਹਿੰਦਾ, ਰੂਲ ਕਹਿੰਦੇ ਆ। ਹੁਣ ਇਸ ਅਫਸਰ 'ਚ ਐਡੀ ਖੂਬੀ ਖਾਸੀਅਤ ਕੀ ਸੀ ਜਸਦੇਵ ਸਿੰਘ ਤੇ? ਖਾਸੀਅਤ ਇਹਦੀ ਇੰਨੀ ਕੀ ਸੀ ਕਿ ਸਿਟਿੰਗ ਕਾਂਗਰਸ MLA ਮਦਨ ਲਾਲ ਜਲਾਲਪੁਰੇ ਦਾ ਭਾਂਜਾ, ਹੋਰ ਕੋਈ ਖਾਸੀਅਤ ਨਹੀਂ। ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ
ਉਹਨੂੰ 8 ਗੋਦਾਮਾਂ ਦਾ ਚਾਰਜ ਦੇ ਦਿੱਤਾ। ਔਰ ਤੁਸੀਂ ਵੇਖੋ ਇਹਦੇ ਬਾਰੇ ਮਦਨ ਲਾਲ ਜਲਾਲਪੁਰਾ ਸਾਹਿਬ ਕੀ ਕਹਿ ਰਹੇ, ਇੱਕ ਪਾਸੇ ਕਹਿੰਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਜਲਾਲਪੁਰਾ। ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰੇ ਨੇ ਕਿਹਾ ਕਿ ਖੁਰਾਕ ਇੰਸਪੈਕਟਰ ਜਸਦੇਵ ਸਿੰਘ ਉਹਨਾਂ ਦਾ ਸਕਾ ਭਾਂਜਾ ਹੈ, ਉਹ ਕਾਫੀ ਲੰਮੇ ਸਮੇਂ ਤੋਂ ਬਿਮਾਰ ਰਹਿਣ ਕਾਰਨ ਮਾਨਸਿਕ ਤੌਰ ਤੇ ਠੀਕ ਨਹੀਂ ਹਨ, ਇਸ ਲਈ ਕੋਈ ਗਲਤੀ ਹੋਵੇਗੀ। ਅੱਗੇ ਜਾ ਕੇ ਕਹਿੰਦਾ ਜੀ ਉਹ ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਨਾਲ ਉਹਦਾ ਕੋਈ ਤਾਲੁਕਾਤ ਨਹੀਂ, ਉਹਨਾਂ ਨੇ ਕਦੇ ਆਪਣੇ ਭਾਂਜੇ ਦੀ ਸਿਫਾਰਿਸ਼ ਨਹੀਂ ਕੀਤੀ। ਮੈਂ ਇੱਕ ਪਾਸੇ ਕਹਿੰਦਾ ਮੈਂ ਉਹਦੀ ਸਿਫਾਰਿਸ਼ ਨਹੀਂ ਕੀਤੀ, ਅਗਲੀ ਲਾਈਨ 'ਚ ਕਹਿੰਦਾ ਮਹਿਕਮੇ ਨੂੰ ਜਸਦੇਵ ਦੀ ਬਿਮਾਰੀ ਬਾਰੇ ਜ਼ਰੂਰ ਦੱਸਿਆ ਸੀ, ਸਿਫਾਰਿਸ਼ ਨਹੀਂ ਕੀਤੀ, ਬਿਮਾਰੀ ਬਾਰੇ ਜ਼ਰੂਰ ਦੱਸਤਾ ਕਿ ਮੇਰਾ ਭਾਂਜਾ ਠੀਕ ਨਹੀਂ, ਨਾਲੇ 8 ਗੋਦਾਮਾਂ ਦਾ ਉਹਨੂੰ ਚਾਰਜ ਦਵਾਤਾ। ਹੁਣ ਇਹ ਜਿਹੜਾ ਜਸਦੇਵ ਹੈ, ਇਹ ਤੁਸੀਂ FIR ਪੜ੍ਹੋ, ਕਮਾਲ ਦਾ ਕੰਮ ਹੈ। ਉਹ ਜਸਦੇਵ ਸੋ ਲੱਭਿਆ ਜੀ ਕਿਸੇ ਨੂੰ? ਅੱਛਾ, ਲੱਭਣ ਨੂੰ ਕਿਹਨੂੰ ਲਾਇਆ? ਜਿਹੜਾ ਬੰਦਾ ਲੱਭਣ ਤੇ ਲਾਇਆ, ਇੱਕ ਰਕੇਸ਼ ਕੁਮਾਰ ਸਿੰਗਲਾ ਜੀ ਨੇ, ਜਿਹੜੇ ਵਿਜੀਲੈਂਸ ਚੀਫ ਵਿਜੀਲੈਂਸ ਕਮਿਸ਼ਨ ਜਿਹੜਾ ਹੁੰਦਾ ਹੈ ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦਾ, ਉਹਦੇ ਹੈੱਡ ਨੇ। ਮਤਲਬ ਕਿ ਬਿੱਲੀ ਨੂੰ ਦੁੱਧ ਦੀ ਰਖਵਾਲੀ ਤੇ ਰੱਖਦਾ। ਔਰ ਜਸਦੇਵ ਸਿੰਘ ਜੀਦੂ ਇਹ ਕਹਿ ਰਿਹਾ ਨਾ ਦਿਮਾਗੀ ਸੰਤੁਲਨ ਵਿਗੜ ਗਿਆ ਜਾਂ ਉਹ ਠੀਕ ਨਹੀਂ, ਆ ਜਿਹੜਾ ਐਡਾ ਵੱਡਾ ਕਪਲਾ ਹੋ ਜੇ ਹੁਣ ਤਾਂ ਇਹੀ ਕਹੋਗੇ ਦਿਮਾਗੀ ਤੌਰ ਤੇ ਠੀਕ ਨਹੀਂ। ਮਗਰ ਉਹ ਬੰਦਾ ਕਿੱਡਾ ਸ਼ਾਤਰ ਹੈ, ਇਹ FIR 'ਚ ਆਇਆ। ਪੁਲਿਸ ਨੇ ਕਿਹਾ ਕਿ ਅਸੀਂ ਉਹਦੇ ਘਰ ਗਏ, ਲੱਭਿਆ ਕੋਈ ਨਹੀਂ ਘਰ 'ਚੋਂ। ਔਰ ਜੋ ਅੰਦਰਲੀ ਖਬਰ ਚੱਲ ਰਹੀ ਹੈ ਕਿ ਉਹਨੇ ਘਰ ਹੀ ਵੇਚਤਾ, ਹੀ ਹੈਜ਼ ਗੋਨ ਅਬਰੋਡ। ਉਹ ਕੋਈ ਟਰਕੀ ਕਹਿ ਰਿਹਾ, ਕੋਈ ਦੁਬਈ ਕਹਿ ਰਿਹਾ, ਕੋਈ ਕੈਨੇਡਾ ਕਹਿ ਰਿਹਾ। ਹੁਣ ਜਿਹਦਾ ਦਿਮਾਗੀ ਸੰਤੁਲਨ ਵਿਗੜਿਆ ਹੋਵੇ, ਇਸ ਫੋਟੋ 'ਚੋਂ ਤਾਂ ਨਹੀਂ ਲੱਗ ਰਿਹਾ ਕਿਸੇ ਤਰੀਕੇ ਦਾ ਦਿਮਾਗੀ ਨੁਕਸ ਹੈ। ਜੇ ਦਿਮਾਗੀ ਨੁਕਸ ਹੁੰਦਾ ਤੇ ਜਲਾਲਪੁਰਾ ਇੰਨੀ ਨੇੜ ਨਾਲ ਫੋਟੋ ਖਿਚਾਉਂਦਾ, ਗੱਲ ਪੈ ਸਕਦਾ ਸੀ ਜਲਾਲਪੁਰੇ ਦੇ। ਉਦੋਂ ਠੀਕ ਸੀ ਕਿਉਂਕਿ 8 ਮਹਿਕਮੇ ਦੇ 8 ਗੋਡਾਊਨਾਂ ਦਾ ਚਾਰਜ ਦਿਵਾਉਣਾ ਸੀ, ਉਦੋਂ ਦਿਮਾਗੀ ਠੀਕ ਸੀ। ਘਪਲਾ ਰਲ ਮਿਲ ਕੇ ਕਰਨਾ ਸੀ, ਉਦੋਂ ਦਿਮਾਗੀ ਠੀਕ ਸੀ। ਜਦੋਂ ਫੜਿਆ ਗਿਆ ਉਦੋਂ ਦਿਮਾਗੀ ਨੁਕਸ ਪੈ ਗਿਆ। ਇਹ ਗੱਲ ਸਮਝ 'ਚ ਤਾਂ ਆਉਂਦੀ। ਬੰਦਾ ਕਿੱਡਾ ਸ਼ਾਤਰ ਹੈ। ਕਹਿੰਦੇ ਜੀ ਉਹਨੇ ਆਪਦੀ ਸਾਰੀਆਂ ਪ੍ਰਾਪਰਟੀਆਂ ਵੇਚਤੀਆਂ ਨੇ। ਇੱਕ ਨਵਾਂ ਘਰ ਬਣਾ ਰਿਹਾ ਸੀ, ਘਰ ਅੰਡਰ ਕੰਸਟਰਕਸ਼ਨ ਸੀ, ਉਹ ਵੀ ਵਿਚਕਾਰ ਵੇਚ ਕੇ ਨਿਕਲ ਗਿਆ। ਔਰ ਜਿਹੜੇ ਬੰਦੇ ਦਾ ਦਿਮਾਗ ਠੀਕ ਨਾ ਹੋਵੇ ਜਾਂ ਖਰਾਬ ਹੋਵੇ, ਕੀ ਉਹ ਐਡੀ ਫਾਰਵਰਡ ਪਲੈਨਿੰਗ ਕਰ ਸਕਦਾ? ਔਰ ਸਾਰਾ ਪਰਿਵਾਰ ਲੈ ਕੇ ਚਲੇ ਗਿਆ। ਨਾ ਤੁਹਾਨੂੰ ਉਹਦਾ ਬਜ਼ੁਰਗ ਲੱਭੂ, ਨਾ ਉਹਦੇ ਮਾਤਾ ਲੱਭਣ, ਨਾ ਉਹਦੇ ਨਿਆਣੇ ਲੱਭਣ। ਕੋਈ ਪਰਿਵਾਰ ਦਾ ਮੈਂਬਰ ਜਿਹੜਾ ਵੀ ਲਿਵਿੰਗ ਐਂਡ ਅਲਾਈਵ ਹੈ, ਤੁਹਾਨੂੰ ਕੋਈ ਨਹੀਂ ਪਰਿਵਾਰ ਦਾ ਤੁਸੀਂ ਲੱਭ ਸਕਦੇ। ਮਤਲਬ ਬਹੁਤ ਸ਼ਾਤਰ ਤਰੀਕੇ ਨਾਲ, ਮਿਲੀ ਭੁਗਤ ਨਾਲ, MLA ਦੀ ਮਿਲੀ ਭੁਗਤ ਨਾਲ, ਜਿਹਨੂੰ ਅੱਜ ਕੱਲ੍ਹ ਡਰਾਈ ਕਲੀਨ ਹੋ ਕੇ ਸਿੱਧੂ ਦੀ ਦੁਕਾਨ 'ਚੋਂ ਨਿਕਲ ਕੇ ਆਇਆ, ਉਹ ਡਰਾਈ ਕਲੀਨ ਹੋ ਕੇ ਅੱਜ ਸਾਫ਼ ਹੋ ਗਿਆ। ਮਗਰ ਅੱਜ ਸਿਰਫ ਇਸ ਬਹਾਨੇ ਨਾਲ ਕਹਿੰਦਾ ਕਿ ਇਹ ਦਿਮਾਗੀ ਸੰਤੁਲਨ ਵਿਗੜ ਗਿਆ। ਔਰ ਮੈਂ ਜਿਹੜੀ ਅੱਗੇ ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਸੀ, ਮਹਿਕਮੇ ਦੇ ਇੱਕ ਅਫਸਰ ਨੇ ਨਹੀਂ, ਕਈਆਂ ਅਫਸਰਾਂ ਨੇ ਇਸ ਗੱਲ ਦਾ ਰੌਲਾ ਪਾਇਆ ਕਿ ਇੱਕ ਇੰਸਪੈਕਟਰ ਕੋਲ ਇੰਨੀ ਜਗ੍ਹਾ ਦਾ ਚਾਰਜ ਨਹੀਂ ਹੋ ਸਕਦਾ, ਮਗਰ ਤਦ ਨਹੀਂ ਸੁਣੀ ਗਈ। ਔਰ ਇੱਕ ਹੀ ਜਗ੍ਹਾ ਤੇ ਇਹਦੇ ਆਰਡਰ ਵੀ ਪਿਛਲੇ 4 ਸਾਲ ਤੋਂ ਉੱਥੇ ਬੈਠੇ, 2018 ਦੇ ਆਰਡਰ ਹੈ। ਆਲਮੋਸਟ ਇੱਕ ਪਲੇਸ ਤੇ ਆਫਟਰ ਆਲ ਕੋਈ ਮਤਲਬ ਪਾਵਰ ਸੀਗੀ ਉਹਦੇ ਮਗਰ, ਦੈਟਸ ਵਾਈ। ਨਹੀਂ ਤਾਂ ਜਿਹਦੇ ਮਗਰ ਕੋਈ ਸੁਣਵਾਈ ਨਾ, ਉਹਦੀ ਬਦਲੀ ਤਾਂ ਹਰ ਮਹੀਨੇ ਕਈਆਂ ਦੀ ਆਪਾਂ ਸੁਣਦੇ ਹੋ ਗਈ। ਇਹਦੀ ਇਕੱਲੇ ਦੀ ਛੇਤੀ ਕਿਤੇ ਬਦਲੀ ਨਹੀਂ ਹੋ ਰਹੀ। ਔਰ ਜੋ ਨਵੀਂ ਖਬਰ ਨਿਕਲ ਕੇ ਆ ਰਹੀ ਹੈ ਕਿ ਇੱਕ ਉੱਥੇ ਡਾਇਮੰਡ ਸ਼ੈਲਰ ਕਰਕੇ ਹੈ, ਜਿਹਦੇ 'ਚ ਇੱਕ ਗੋਡਾਊਨ ਬਣਿਆ ਸੀ। ਉਹ ਗੋਡਾਊਨ 'ਚ ਤਾਂ ਮਾਲ ਹੀ ਕੋਈ ਨਹੀਂ ਲੱਭ ਰਿਹਾ। ਇੱਕ ਜਗ੍ਹਾ ਤਾਂ ਇਹ ਖਬਰ ਹੈ ਨਾ ਕਿ ਇੰਨੇ ਬੈਗ ਸ਼ਾਰਟ ਹੈ, ਉਹ ਸਾਰੇ ਦਾ ਸਾਰਾ ਗੋਡਾਊਨ ਹੀ ਗਾਇਬ ਹੈ। ਇੱਕ ਤਰੀਕੇ ਦਾ ਹੈ ਹੀ ਕੁਛ ਨਹੀਂ ਉੱਥੇ, ਮਾਲ ਸਾਰਾ ਹੀ ਵੇਚ ਗਏ। ਔਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਐਡੀ ਵੱਡੀ ਕਰਪਸ਼ਨ ਹੋ ਰਹੀ ਹੈ। ਔਰ ਅੱਗੇ ਕੱਲਾ ਇਹ ਕੰਮ ਨਹੀਂ ਕੀਤਾ, ਇਹ ਜਿਹੜੇ ਮਦਨ ਲਾਲ ਜਲਾਲਪੁਰਾ ਜੀ ਦੇ ਕਾਰਨਾਮੇ ਨੇ, ਇਸ ਬੰਦੇ ਨੇ ਜਿਹੜੀ ਗਰੀਬਾਂ ਲਈ ਆਟਾ ਦਾਲ ਆਉਂਦੀ ਹੈ ਉਹ ਵੀ ਵੇਚ ਗਿਆ, ਗਰੀਬਾਂ ਨੂੰ ਨਹੀਂ ਮਿਲੀ। ਜਿਹੜੀ ਪ੍ਰਧਾਨ ਮੰਤਰੀ ਸਕੀਮ ਹੇਠ ਆਉਂਦੀ, ਇੱਕ ਤਾਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਥੱਲੇ ਆਉਂਦੀ ਹੈ, ਉਹ ਸਾਰੀ ਵੇਚ ਗਿਆ। ਵੇਖੋ ਗਰੀਬਾਂ ਦਾ ਵੀ ਹੱਕ ਮਾਰ ਗਿਆ।
फिर PMGKY प्रधानमंत्री कल्याण योजना तहत आउंदी है, वो भी सारा जो आया सी दिल्ली अपना सेंटर गवर्नमेंट वालों वो भी सारी बेच गया। जे टोटल घपला ਇਹਦਾ अंदाजा लाइए तो करोड़ां रुपये च है। एडे डिफॉल्टर बंदे नूं एक पोस्टिंग ते रखना, एक जगह ते 4 साल रखना और कोई चैकिंग नहीं होनी, नहीं तो स्टॉक्स की हमेशा चैकिंग होंदी है, कोई चैकिंग नहीं हुई। क्यों नहीं होंदी सी? क्योंकि बैकिंग मदन लाल जलालपुरे दी सी। और कली ये गल नहीं, हुण जिहड़ा अगला अफसर है, अज मैं तुहानूं दावे नाल ये कह सकदा कि अज की डेट 'च जे CBI इनकुआयरी हाले तक को धर्मसोध की शुरू हुई है ना, कि कुछ उत्थे गड़बड़ हुई है निकलूगा। जिस दिन फूड मिनिस्टर की आशू की विच अपना CBI इंडिपेंडेंट इंक्वायरी होगी, चाहे कोर्ट मॉनिटर्ड चाहे CBI, हज़ारां करोड़ का घपला निकल के आना है। आई थिंक आपां वो दिन भुले नहीं है जदों चैट चली सी, वो चैट कित्थे मेरी ते पढ़ाई, जिहदे च एक DFC कह रहा सीगा कि मैं की करना, ये पैसे तो मंत्री नूं जाने आ, और जिहदे च वो बड़े क्लीयरली कहंदा सी हाँ फीस नाल सब कोऑपरेट करनगे, तुसी जेड़ी मर्जी नाम ते बोली लिख लो, कोई इंस्पैक्टर मना करदा तां मैनूं दसो, मिनिस्टर ते MD वाली फीस पहला कर दिओ, फिर फुल कॉरपोरेशन, कोई इंस्पैक्टर मॉइस्चर मीटर नहीं लेके जावेगा। अगे कहंदा जी, कहना पैसे एडवांस से दे दिओ, क्योंकि 6 नूं राहुल गांधी करके मंत्री ने फंड नूं किया है, होर कोई गल नहीं सी। अगे ये भी कहंदा, देखो वो भी किड्डा सियाणा है जिहड़ा बंदा जिहड़ा इंस्पैक्टर अगे कढ़ दिंदे आ कड्ढी इहदे च, अगे राहुल गांधी नूं पप्पू भी दसी जांदा कि जदों आया सी ना वो, जदों ये ट्रैक्टर ते इन्हां ने गेड़ा गूड़ा दिता सी उदों, उस तो पहला दा ये भी स्कैम है जिहड़ा दब लिया गया, ये भी पटियाले दा। और ये स्कैम कल्ला वो नहीं, एक होर स्कैम है जिहड़ा बड़ी जल्दी जिस दिन CBI इंक्वायरी होकर निकल के आऊगा, जिहड़ा रौला पैंदा सी, जिहड़ा बाहरों झोना आउंदा रहा 1000 रुपए ते खरीद के इत्थे 1883 रुपए का विकदा रहा, सीधे 800-900 रुपया की कमाई एक बैग पिछे हुंदी रही है, वो हज़ारां ही करोड़ रुपया। और वो इस चैट 'च भी मैंशन आउंदी है, जदों एक बंदा कंप्लेंट करदा कि जी फलाने शैलर 'च बाहरों ट्रक लगे, कहना तेरा कोई मतलब नहीं है इस काम 'च दखल देने का, की क्वाइट, ये अगे अफसर कह रहा क्यों दखल नहीं, क्योंकि आप दस रहा पैसे उत्ते तक जाने। उही हाल अगे निकल के आया कि ये जिहड़े एक रमकेश कुमार सिंगला जी ने, इन्हां नूं लाया की होया, ये लगे है जी चीफ विजिलेंस कमिश्नर। सब तो इंपॉर्टेंट पोस्ट जे किसी महकमे की कोई हुंदी है तो CVC की पोस्ट हुंदी है, क्योंकि महकमे की हर करप्शन ते उस बंदे ने ध्यान रखना हुंदा। चलो मैं बाद च पढ़ दूं, एक मैसेज जिहड़ा मैं पहला कह रहा सीगा निकल के आ गया, मंडी वाले रेट मैं आपे ही कर लेने हैं, तुसी शैलर वाले तो ₹1.45 पर गट्टे नाल 25% बना दे एडवांस दे जो, MD साहब ते मिनिस्टर नूं फंड देना है पप्पू दा प्रोग्राम वास्ते, शाम तक दे जो, नहीं तो कारपोरेट करना औखा हो जाना। अफसर ही दसी जांदा। अच्छा साडी तां चैट है नहीं, इहदी की इनकुआयरी दा होया, जीरो, मिट्टी पाती। और जे ये इनकुआयरियां ते मिट्टी ना पैंदी ते अज जसदेव सिंह वाला घपला नहीं हुंदा सी, मगर दलेरी फड़दे गए। और जिहड़ी गल मैं दस रहा कि ये एक राकेश कुमार सिंगला ने, ये एडे महकमे दे माड़ा अफसर इनू गिणिया गया सीगा। मैं नहीं कहता, इन्हां दी आप दे महकमे दे जिहड़े उस वेले दे सैकटरी सन, वेखो कमाल दे फॉर्चून बदलते हैं बंदे दे। ये तरीक है 9/10/17 ਨੂੰ ਸੈਕਟਰੀ ਪ੍ਰਿੰਸੀਪਲ ਸੈਕਟਰੀ ਫੂਡ ਐਂਡ ਸਿਵਲ ਸਪਲਾਈਜ਼ ਕੰਜ਼ਿਊਮਰ ਅਫੇਅਰਸ ਰਾਕੇਸ਼ ਕੁਮਾਰ ਸਿੰਗਲੇ ਬਾਰੇ ਆਰਡਰ ਪਾਸ ਕਰਦਾ। ਔਰ ਇਹ ਕੀ ਆਰਡਰ ਪਾਸ ਕਰਦਾ ਮੈਂ ਮੋਟਾ ਤੁਹਾਨੂੰ ਪੜ੍ਹ ਦਿਆਂ। ਔਰ ਜੇ ਮੈਂ ਤੁਸੀਂ ਇਫ ਯੂ ਬੇਅਰ ਵਿਦ ਮੀ
ਤੇ ਮੈਂ ਇੱਕ ਲਫ਼ਜ਼ ਵੀ ਇੱਧਰ ਉੱਧਰ ਨਹੀਂ ਪੜ੍ਹਨਾ ਚਾਹੁੰਦਾ। ਮੈਂ ਜੋ ਇਹਨੇ ਲਿਖਿਆ ਹੈ ਨਾ ਇਸ ਬਾਰੇ ਉਹ ਪੜ੍ਹਦੇ ਆ। ਇਸ ਅਫਸਰ ਨੇ ਇਹਦੀ ਡਿਮੋਸ਼ਨ ਦੇ ਆਰਡਰ ਹਾਈ ਕੋਰਟ ਨੇ ਕਰਤੇ ਕਿ ਇਹਦੀ ਪ੍ਰਮੋਸ਼ਨ ਗਲਤ ਹੋਈ ਹੈ। ਇਹ ਅਫਸਰ ਨੂੰ ਨਾਲ ਦੀ ਨਾਲ ਪ੍ਰਮੋਸ਼ਨ ਵਾਪਸ ਲੈ ਕੇ ਇਹਨੂੰ ਡਿਮੋਟ ਕੀਤਾ ਜਾਵੇ। ਔਰ ਇਹਨੇ ਇਹ ਲਿਖਿਆ ਹਾਈ ਕੋਰਟ ਦੇ ਆਰਡਰ ਨੇ ਹੀ ਵਾਸ ਡਿਮੋਟਡ, ਮਤਲਬ ਇਹ ਅਫਸਰ ਲਿਖਦਾ ਪੈਰਾ ਨੰਬਰ 3 ਚ ਹੀ ਵਾਸ ਡਿਮੋਟਡ ਫਰੋਮ ਡਿਪਟੀ ਡਾਇਰੈਕਟਰ ਟੂ DFSC on the orders of the Honorable Punjab and Haryana High Court in CWP number so and so of 2016। ਇਹ ਬੰਦੇ ਨੇ ਲਾ ਲਿਆ ਸਾਹਿਬ, ਇਹ ਸ਼ਾਤਰ ਕਿੰਨਾ, ਇਹਨੇ ਵੇਖਿਆ ਕਿ ਮੈਂ ਤਾਂ ਵਾਪਸ DFC ਬਣ ਜਾਊਂਗਾ। ਇਹਨੇ ਆਪ ਦੀ ਪ੍ਰੀ ਮੈਚਿਓਰ ਰਿਟਾਇਰਮੈਂਟ ਮੰਗ ਲਈ ਕਿ ਮੈਨੂੰ ਡਿਮੋਟ ਹੀ ਨਾ ਹੋਣਾ ਪਵੇ। ਜਦੋਂ ਪ੍ਰੀ ਮੈਚਿਓਰ ਰਿਟਾਇਰਮੈਂਟ ਮੰਗੀ ਤੇ ਇਹਨੇ ਆਪ ਦੀ ਦਫ਼ਤਰ ਆਉਣਾ ਬੰਦ ਕਰਤਾ ਕਿ ਮੈਂ ਐਜ਼ ਡਿਪਟੀ ਡਾਇਰੈਕਟਰ ਹੀ ਨੌਕਰੀ ਛੱਡ ਕੇ ਪਾਰ ਜਾਵਾਂ, DFSC ਨਾ ਬਣਨਾ ਹੋ। ਉਸ ਤੇ ਇਹ ਪ੍ਰਿੰਸੀਪਲ ਸੈਕਟਰੀ ਸਾਹਿਬ ਕੀ ਲਿਖਦੇ ਆ, ਪੁਆਇੰਟ ਨੰਬਰ 1 ਹੈ 2 ਹੈ, ਕਿਉਂਕਿ ਉਹ ਲੰਮੀ ਚੌੜੀ ਲੀਗਲ ਕਹਾਣੀ ਹੈ। ਮੈਂ ਤੀਜੇ ਤੋਂ ਪੜ੍ਹ ਦਿੰਦਾ, ਮੈਂ ਕਾਪੀ ਸਾਰੀ ਤੁਹਾਨੂੰ ਦੇ ਦੂੰਗਾ। ਆਫਟਰ ਸਬਮਿਸ਼ਨ ਆਫ ਹਿਜ਼ ਐਪਲੀਕੇਸ਼ਨ ਹੀ ਸੀਮਸ ਟੂ ਹੈਵ presumed that he has got riddance from all his liabilities by attaching a bank draft equivalent to his 3 months' salary. This becomes evident from his application per se that he intended to evade his demotion from the post of deputy director to DFSC, which was issued after due consideration is over. ਕਹਿਣ ਦਾ ਭਾਵ is over and the representation ਅੱਗੇ ਉਹ ਲਿਖਦਾ ਉਹ ਹਾਈ ਕੋਰਟ ਦਾ ਆਰਡਰ ਦਿੰਦਾ। ਕਹਿਣ ਦਾ ਭਾਵ ਪ੍ਰਿੰਸੀਪਲ ਸੈਕਟਰੀ ਆਪ ਲਿਖ ਰਿਹਾ ਕਿ ਐਡਾ ਸ਼ਾਤਰ ਹੈ ਇਹ ਆਪ ਦੀ ਡਿਮੋਸ਼ਨ ਤੋਂ ਬਚਣ ਦੇ ਚੱਕਰ ਤੇ ਇਹਨੇ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ। ਅਗਲੇ ਪੈਰੇ 'ਚ ਲਿਖਦਾ ਹੈ ਔਰ ਕਹਿੰਦਾ ਜੀ ਮੈਂ ਇਹਦੀ ਇਹ ਅਗਲਾ ਪੈਰਾ ਸਿੰਸ ਦੀ ਇੰਟੈਂਸ਼ਨ ਆਫ ਦ ਕੰਸਰਨਡ EMPLOYE ਪੈਰਾ ਨੰਬਰ 4 was evident from the very beginning of his representation, the file was marked to LR, legal advice ਲਈ ਭੇਜੀ ਗਈ for examination and relevant opinion. The department received the legal advice on 4/8/2017। ਪੰਜਵੇਂ ਪੈਰੇ 'ਚ ਲਿਖਦਾ ਹੈ the officials, ਦੇਖੋ ਬੜੀ ਸਖਤ ਲਫ਼ਜ਼ ਲਿਖਦਾ ਹੈ, the officials malified intent could be seen further evident from the fact that he has been evading even the receipt of the charge sheet issued to him। मतलब कि एडा शातिर बंदा है ये चार्ज शीट ही नहीं रिसीव कर रहा आपकी, मतलब हर तरीके का हथकंडा अपना रहा कि मैनू चार्ज शीट ना होना पवे। एज पर ऑर्डर्स ऑफ कॉम्पिटेंट अथॉरिटी disciplinary proceedings against him have already been initiated under Rule 8 as well as Rule 10 of the Punjab Civil Services Punishment and Appeal Rules 1970। ਹੁਣ ਇਹ ਬੰਦੇ ਤੇ ਅੱਗੇ ਇਲਜ਼ਾਮ ਕੀ ਹੈ, ਕਿੰਨੇ ਕਰੋੜ ਦਾ ਇਲਜ਼ਾਮ ਹੈ ਤੁਹਾਡੇ ਕੋਈ ਅੰਦਾਜ਼ਾ ਕਿਸੇ ਨੂੰ? 85 ਕਰੋੜ ਰੁਪਏ ਦਾ ਗਬਨ ਦੇ ਇਲਜ਼ਾਮ ਹੈ। ਪਹਿਲਾਂ ਤਾਂ ਅੱਛਾ ਇਹਦੀ ਮਤਲਬ ਜਿਹੜਾ 85 ਕਰੋੜ ਦਾ ਗਬਨ ਹੈ ਇਹਨੀ ਸ਼ੁਰੂਆਤ ਕਿੱਥੋਂ ਕੀਤੀ? ਜਿੱਥੋਂ ਜਸਦੇਵ ਹੈ ਅੰਮ੍ਰਿਤਸਰ ਤੋਂ ਹੀ। ਰਈਆ ਅੰਮ੍ਰਿਤਸਰ cases regarding irregularities in wheat distribution, ਉਹਦਾ ਅਮਾਊਂਟ ਕੀ ਹੈ? 10 ਕਰੋੜ ਰੁਪਈਆ। ਬੰਗੇ ਨਵਾਂ ਸ਼ਹਿਰ ਉਹਦੇ 'ਚ 25 ਕਰੋੜ ਰੁਪਈਆ। ਫਿਰ ਤਰਨਤਾਰਨ 'ਚ 50 ਕਰੋੜ ਰੁਪਈਆ। ਇਸੇ ਤਰ੍ਹਾਂ ਇਹ ਫੇਲੀਅਰ ਇਨ ਫਾਈਲ ਇਨ ਇਨਕਮ ਟੈਕਸ ਪੈਨਲਟੀ 5 ਲੱਖ, ਡਿਲੀਵਰੀ ਆਫ ਵੀਟ ਵਿਦਆਊਟ RO 60 ਲੱਖ। ਇਹ ਲੈ ਦੇ ਕੇ ਇਹਦਾ ਪੂਰਾ 85 ਕਰੋੜ ਰੁਪਏ ਦਾ ਘਪਲਾ ਉਹ ਸਾਹਮਣੇ ਦੱਸਦਾ। ਅੱਗੇ ਕੀ ਕਹਿੰਦਾ ਪੈਰਾ ਨੰਬਰ 6 'ਚ the provisions under provision of Rule 3 that the same has got huge financial implications which cannot be ignored। ਆਪ ਅਫਸਰ ਲਿਖ ਰਿਹਾ ਕਿ ਮੈਂ ਇਹਦੀ ਕਿਸੇ ਗੱਲ ਦਾ ਧਿਆਨ ਨਹੀਂ ਦੇ ਸਕਦਾ ਕਿਉਂਕਿ ਇਹਦੇ ਬੜੇ ਸੀਰੀਅਸ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਨੇ।
official has been trying very hard to evade the receipt of charge sheet just to avail the benefits of provisions of so and so, which say there was appropriate authority does not refuse to grant the permission of retirement before the expiry of the specified period. बार बार कि ਇਹਨੂੰ ਚਾਰਜ ਸ਼ੀਟ ਨਾ ਸਰਵ ਹੋਵੇ, ਇਹਨੇ ਹਰ ਤਰੀਕੇ ਦੀ ਕਪਲੇਬਾਜ਼ੀ ਕੀਤੀ। ਹੁਣ ਲਾਸਟ ਪੁਆਇੰਟ ਜਿਹੜਾ 7ਵਾਂ ਲਿਖ ਦਿਆ, here in this case if we see sequence of events the following facts emerge. ਪਹਿਲਾ, his intention to get himself relieved from service was to keep himself insulated from the order of demotion. ਦੂਜਾ, he has not served 3 months notice, rather his intention was to get immediate riddance from the government job because of his involvement in wheat distribution malpractices which surfaced at Amritsar, leading to several food supply inspectors getting suspended and many major penalties and disciplinary proceedings initiated. He was aware of his involvement and likely outcome thereof. The same has happened and the charge sheet has been issued against him in case of Raya wheat distribution scam at Amritsar as mentioned in table para number 5 above. अगला पॉइंट लिखता है, he has been manipulating the issue of holding the permanent residency of Canada. ਇਹ ਅਫਸਰ ਜਿਵੇਂ ਜਸਦੇਵ ਹੈ, ਇਹਦੇ ਬਾਰੇ ਔਨ ਰਿਕਾਰਡ ਹੈ ਕਿ ਇਹ permanent residency of Canada ਰੱਖਦਾ ਹੈ। He knows that a person holding permanent residency can anytime repatriate capital to the country of his residency. He has been found involved in several cases of diversion of wheat distribution under National Food Security Act. Government of India ਦੇ ਵੀ ਜਿਹੜਾ National Food Security Act ਹੈ ਉਹਦੇ 'ਚ ਵੀ ਘਪਲਾ ਕੀਤਾ, ਇੱਥੇ ਰਿਕਾਰਡ ਕਰ ਰਿਹਾ। So he cannot be let off by just accepting his bank draft. In such circumstances, chances of transfer of illegal money getting transferred to foreign countries cannot be ruled out. Principal Secretary कह रहा है कि ये permanent residence भी है कनाडा का, PR है, और ये illegal gotten money बाहर भी भेज सकता है, इसलिए ਇਹਦੀ ਤਾਂ ਬਿਲਕੁਲ ਹੀ ਸੁਣਵਾਈ ਨਹੀਂ ਹੋਣੀ ਚਾਹੀਦੀ। ਹਰ ਤਰੀਕੇ ਨਾਲ point wise point ਇਹ ਪ੍ਰਿੰਸੀਪਲ ਸੈਕਟਰੀ ਸਾਹਿਬ ਇਹਦਾ ਪੋਲ ਖੋਲ ਕਰ ਰਹੇ ਆ। ਫਿਰ ਕਹਿੰਦਾ ਡਿਪਾਰਟਮੈਂਟ ਹੈਜ਼ ਪੁੱਟ ਅ ਲੋਟ ਆਫ ਐਫਰਟਸ in getting these charge sheets served through officials from the districts of Tarantaran, Faridkot, Nawashahar, Ludhiana. These officials have been deputed to locate him at his address indicated in different cities, vis-a-vis Tarantaran, Shaheed Bhagat Singh Nagar, Ludhiana, Faridkot, with great difficulty. Labda nahi si. Phir kehanda afsar with great difficulty he was made to receive these charges on 22/9/17। ਸਾਰੀ ਗੱਲ ਕਿ ਇਹ PR ਵੀ ਹੈ, ਇਹ ਭੱਜ ਵੀ ਸਕਦਾ ਹੈ, ਇਹ ਇਲੀਗਲ ਪੈਸੇ ਵੀ ਬਾਹਰ ਟ੍ਰਾਂਸਫਰ ਕਰਤੇ ਹੈ, ਇਹ ਸਾਨੂੰ ਲੱਭਦਾ ਨਹੀਂ। ਇਹ ਸਾਰਾ ਕੁਝ ਲਿਖਣ ਤੋਂ ਬਾਅਦ ਇਹਨੇ ਇਹ 22/9 ਨੂੰ ਮੇਰੇ ਸਾਹਮਣੇ ਅਪੀਅਰ ਹੁੰਦਾ ਐਂਡ ਉਸ ਵੇਲੇ ਇਹਨੂੰ ਇਹ ਅਖੀਰ 'ਚ ਲਿਖਦਾ, ਇਟ ਵੁੱਡ ਬੀ ਐਬਸੋਲੂਟਲੀ ਇਨਅਪਰੋਪਰੀਏਟ to leave him scot-free under the garb of premature retirement availing its automatic clause. ਇਹ ਅਫਸਰ ਨੂੰ ਜਿਹਦੇ ਖਿਲਾਫ ਇੰਨਾ ਕੁਝ ਲਿਖਿਆ, 85 ਕਰੋੜ ਦਾ ਗਬਨ, ਜਿਹੜਾ PR ਹੈ, ਜਿਹਨੇ ਪੈਸੇ ਬਾਹਰ ਭੇਜੇ, ਜਿਹੜਾ ਚਾਰਜ ਸ਼ੀਟਡ ਹੈ, ਕੀ ਕੁਝ ਨਹੀਂ ਕੀਤਾ, ਉਹਨੂੰ ਜਿਸ ਦਿਨ ਭਾਰਤ ਭੂਸ਼ਣ ਆਸ਼ੂ ਜੀ ਵਜ਼ੀਰ ਬਣਦੇ ਆ 22/9/17 ਨੂੰ ਉਹਦੇ ਖਿਲਾਫ ਆਰਡਰ ਪਾਸ ਹੁੰਦਾ ਹੈ। जनवरी 'ਚ ਆਸ਼ੂ ਜੀ ਵਜ਼ੀਰ ਬਣਦੇ ਆ, ਜੂਨ ਦੇ ਮਹੀਨੇ 'ਚ 18 'ਚ ਉਹਨੂੰ CVC ਦਾ ਹੈੱਡ ਲਾਤਾ ਜਾਂਦਾ। ਕੈਪਸ਼ਨਾ ਜੀ, ਔਰ ਮੈਨੂੰ ਲੱਗਦਾ ਕੈਪਸ਼ਨਾ ਜੀ ਦੇ ਗਲ 'ਚ ਇਹ ਜਿਹਾ ਗੂਠ ਦਿੱਤਾ ਸੀ, ਔਰ ਮਤਲਬ ਉਹ ਜਦੋਂ ਇਹ ਕੁਝ ਲਿਖਿਆ ਉਦੋਂ ਵੀ ਕੈਪਸ਼ਨਾ ਸੀ। ਦੇਖੋ ਇੱਕ ਮੇਰੀ ਬੇਨਤੀ ਸੁਣਿਓ, ਤੁਸੀਂ ਇਕਬਾਲ ਮੇਰੀ ਨਾ ਬੇਨਤੀ ਸਮਝਿਓ। इशू इज नॉट अ प्रिंसिपल सैकटरी, मंत्री बैठे उत्थे, मंत्री तो पढ़ सकता ना कागज, मंत्री ने यह जे बंदे नूं CVC च क्यों लाया, और कला इनू CVC नहीं चीफ विजिलेंस कमेटी का तो उन्होंने हैड लाता, कमिश्नर लाता, वो लाया उन्होंने
CBC ਦਾ ਲੱਗਿਆ 22/6/18 ਨੂੰ, ਮਤਲਬ ਜਿਵੇਂ ਆਸ਼ੂ ਚਾਰਜ ਲੈਂਦਾ ਉਹਦੇ 5-6 ਮਹੀਨੇ ਬਾਅਦ। ਔਰ ਇਸ ਲਈ ਲਾਤਾ ਕਿ ਜਿੰਨਾ ਵੀ ਗੋਲਮਾਲ ਹੋਣਾ, ਘਪਲਾ ਹੋਣਾ, ਜੇ ਦੁੱਧ ਦੀ ਰਖਵਾਲੀ ਤੇ ਬਿੱਲਾ ਬੈਠਿਆ ਤੇ ਸੁਭਾਵਕ ਹੈ ਬਾਗੜ ਬਿੱਲੇ ਨੂੰ ਫਿਕਰ ਕੋਈ ਨਹੀਂ ਰਹਿਣਾ ਕਿ ਕੰਮ ਸੈੱਟ ਚੱਲਣਾ। ਮੈਂ ਸਾਰਾ ਕਾਗਜ਼ ਦੇ ਦੂੰ ਜੀ ਤੁਹਾਡੇ ਲਈ। ਜਸਦੇਵ ਸਿੰਘ ਤੇ ਇਹ ਅਲੱਗ-ਅਲੱਗ ਨੇ ਜੀ, ਉਹਦੇ 25 ਕਰੋੜ ਤੇ ਇਹਦੀ 85 ਕਰੋੜ। ਹਾਂ, ਇਹ ਅੱਡ ਹੈ ਜੀ 85 ਕਰੋੜ। 110 ਕਰੋੜ ਇਹ ਤਾਂ ਕੱਲਾ ਮੈਂ ਹੁਣ ਪਹਿਲੇ 25 ਕਰੋੜ ਮੈਂ ਗਿਣਾਇਆ ਤੁਹਾਨੂੰ ਜਸਦੇਵ ਦੇ ਜੀ ਦਾ ਮੋਡਸ ਅੰਬਰੈਂਡੀ ਵੀ ਇਹੀ ਹੈ। ਇਹ ਵੀ ਬਾਹਰ ਭੱਜਣ ਦੀ ਸਕੀਮ 'ਚ ਸੀ। ਇਹ ਤਾਂ ਜੀ ਹੁਣ ਪੈਂਡਿੰਗ ਹੈ, ਮੰਤਰੀ ਸਾਹਿਬ ਨੇ ਠੀਕ ਕਰਤੇ ਹੋ, ਮਗਰ ਜੋ ਕੁਝ ਲਿਖਿਆ ਇਹ ਤਾਂ ਫਾਈਲ ਦੇ ਫੈਕਟਸ ਨੇ। ਜਿਹਦੇ ਖਿਲਾਫ ਇੱਕ ਪੁਆਇੰਟ ਕੈਪਸ ਇਹਨਾਂ ਨੇ ਆਪ ਲਿਖਿਆ ਹੋਵੇ ਔਰ ਜਿਹੜਾ ਜੂਨੀਅਰ ਮੋਸਟ ਅਫਸਰ ਹੋਵੇ। ਦੇਖੋ CBC 'ਚ ਲੱਗਦਾ ਸੀਨੀਅਰ ਮੋਸਟ ਅਫਸਰ, ਇੱਕ ਬੰਦੇ ਨੂੰ ਜਿਹਨੂੰ ਤੁਸੀਂ DFSC ਡਿਮੋਟ ਕਰਤਾ ਹੈ ਉਹਨੂੰ ਤੁਸੀਂ ਚੱਕ ਕੇ ਸੀਨੀਅਰ ਮੋਸਟ ਚਾਰਜ ਦੇ ਕੇ ਇੱਕ ਤਰੀਕੇ ਦਾ CBC ਹੈਡ ਕਿਉਂ ਲਾਤਾ? ਬਣਦਾ ਹੀ ਨਹੀਂ ਸੀ। ਗੋਲਮਾਲ ਕਰਨੀ ਸੀ, ਗੜਬੜ ਕਰਨੀ ਸੀ, ਧਾਂਦਲੇਬਾਜ਼ੀ ਕਰਨੀ ਸੀ, ਤਦੇ ਉਹਨੂੰ ਚਾਰਜ ਦਿੱਤਾ। ਔਰ ਕੱਲਾ ਇੱਕ ਚਾਰਜ ਨਹੀਂ ਦਿੱਤਾ, 22/6/18 ਨੂੰ ਤਾਂ ਉਹਨਾਂ ਨੂੰ ਲਾਇਆ CBC ਦਾ ਹੈਡ। ਉਸ ਤੋਂ ਬਾਅਦ 4/1/19 ਨੂੰ ਉਹਨਾਂ ਨੂੰ ਦੇਤਾ ਟਰਾਂਸਪੋਰਟੇਸ਼ਨ ਤੇ ਲੇਬਰ ਦਾ ਚਾਰਜ। ਔਰ ਤੁਹਾਨੂੰ ਪਤਾ ਟਰਾਂਸਪੋਰਟੇਸ਼ਨ ਤੇ ਲੇਬਰ ਤੇ ਇੱਕ ਸਾਲ ਤੇ ਕਿੰਨਾ ਖਰਚਾ ਕੀਤਾ ਜਾਂਦਾ? 600 ਕਰੋੜ। ਕਿ ਜੇ ਇਹ ਬਿੱਲਾ ਰੱਖੂਗਾ ਧਿਆਨ ਰਾਕੇਸ਼ ਸਿੰਘਲਾ ਇਸ ਮਹਿਕਮੇ ਦਾ ਚਾਰਜ, ਫੇਰ ਹੀ ਬਾਗੜ ਬਿੱਲੇ ਕੋਲ ਕੁਝ ਜਾਊਗਾ, ਨਹੀਂ ਤਾਂ ਜਾਊ ਕਿੱਥੋਂ? ਉਹ ਕੈਪ ਸਿਨਾਂ ਦੇ ਤਾਂ ਜਦ ਗੱਲ 'ਚ ਗੂਠ ਦਿੱਤਾ ਉਹਦੇ ਕਿਹੜਾ ਮਰਜ਼ੀ ਲੈਟਰ ਜਾਰੀ ਕਰਾ ਦਿਓ। ਜਦ ਮੰਤਰੀ ਨੂੰ ਕੋਈ ਹੱਥ ਨਹੀਂ ਪਾ ਰਿਹਾ, ਮੰਤਰੀ ਦੇ ਐਡਾ ਕੁਝ ਪ੍ਰੂਫ ਸਾਹਮਣੇ ਆ ਰਿਹਾ, ਕੋਈ ਬੋਲ ਨਹੀਂ ਰਿਹਾ, ਤੇ ਅਫਸਰ ਦੀ ਤਾਂ ਬਿਲੀ ਭੁਗਤੋ ਕਿਤੇ ਨਾ ਕਿਤੇ ਹੈ। ਮਗਰ ਵਾਸ ਦਾ ਮਿਨਿਸਟਰ ਸਲੀਪਿੰਗ? ਮੰਤਰੀ ਸੁੱਤਾ ਪਿਆ? ਮੰਤਰੀ ਨੂੰ ਨਹੀਂ ਸਮਝ ਆ ਰਹੀ ਕਿ ਕਿਹੜੀ ਚਾਰਜ ਸ਼ੀਟ ਇਹਦੇ ਖਿਲਾਫ ਹੈ? ਮੰਤਰੀ ਦਾ ਨਹੀਂ ਕੋਈ ਫਰਕ ਪੜਦਾ। ਇੱਕ ਮਿੰਟ, CBC ਦਾ ਹੈਡ ਮੋਸਟ ਇੰਪੋਰਟੈਂਟ ਜਿਹਨੇ ਰਖਵਾਲੀ ਕਰਨੀ ਹੈ ਸਾਰੀ ਕਰਪਸ਼ਨ ਦੀ, ਉਹਨੂੰ ਦੇ ਦਿੱਤੀ। ਫਿਰ 4/1/19 ਨੂੰ 600 ਕਰੋੜ ਦਾ ਲੇਬਰ ਦਾ ਜਿਹੜਾ ਹਰ ਸਾਲਾਨਾ 4 ਸਾਲ ਦਾ ਲਾ ਲਓ ਕਿੰਨੇ ਬਣ ਗਏ ਅਮਾਊਂਟ, ਆਲਮੋਸਟ 2000 3000 2500 ਕਰੋੜ ਆ, ਉਹ ਸਾਰਾ ਚਾਰਜ ਇਹਨੂੰ ਦੇ ਚੁੱਕਿਆ। ਫਿਰ ਹਲੇ ਨਹੀਂ ਮਾਮਲਾ ਸੈੱਟ ਹੋਇਆ, ਇਹਨੂੰ ਫਰਦਰ ਚਾਰਜ ਦਿੱਤਾ, ਇੱਕ 4/1/19 ਨੂੰ ਦਿੱਤਾ, ਫਿਰ ਦਿੱਤਾ 20/2/19 ਨੂੰ ਇਹਨੂੰ ਫਰਦਰ ਐਡੀਸ਼ਨਲ ਚਾਰਜ ਦੇਤਾ ਇੰਸਪੈਕਸ਼ਨ ਆਫ ਆਲ ਕ੍ਰੇਟਸ ਇਨ ਆਲ ਏਜੰਸੀਜ਼। ਹੁਣ ਕ੍ਰੇਟ ਦਾ ਇਹ ਕੋਈ 50 ਕਰੋੜ ਦਾ ਹਰ ਸਾਲ ਦਾ ਪਰਚੇਸ ਹੁੰਦੀ ਹੈ, ਔਰ ਕ੍ਰੇਟਾਂ ਦਾ ਐਡਾ ਵੱਡਾ ਕਪਲਾ। ਔਰ ਇਹਨੇ ਜਿਹੜਾ ਇਹ ਚਾਰਜ ਲੈ ਕੇ ਇਹਨਾਂ ਨੇ ਸ਼ੋਅ ਕੀਤਾ ਕਿ ਇੱਕ ਹਰਿਆਣੇ ਦੀ ਕੰਪਨੀ ਹੈ, ਔਨ ਕਾਗਜ਼ ਹੈ ਹਰਿਆਣੇ ਦੀ ਕੰਪਨੀ ਜਿਹੜੇ ਕ੍ਰੇਟ ਦੇ ਰਹੇ ਆ, ਮਗਰ ਇਹ ਸਿੰਗਲਾ ਜੀ ਅਸਲ 'ਚ ਫਰੀਦਕੋਟ ਤੋਂ ਆਉਂਦੇ ਆ। ਔਰ ਜਿੰਨੀਆਂ ਕੰਪਨੀਆਂ ਉੱਥੇ ਸਪਲਾਈ ਕਰਦੀਆਂ ਉਹ ਮਾੜੀ ਕੁਆਲਿਟੀ ਦੀਆਂ ਕ੍ਰੇਟਾਂ, ਜਿਹਨੂੰ ਇਹਨੇ ਚੈੱਕ ਕਰਨੀ ਹੈ, ਕਾਰਵਾਈ ਕਰਨੀ ਹੈ, ਬਲੈਕ ਲਿਸਟ ਕਰਨੀ ਹੈ। ਮਗਰ ਕਿਉਂਕਿ ਉਹ ਇਹਦੇ ਚੇਤੇ ਦੀਆਂ ਇਹਦੀਆਂ ਨੇ, ਉਹ ਸਾਰੇ ਇੱਕ ਤਾਂ ਪਵਨ ਹੈ ਜੇਤੋ ਡਿਸਟ੍ਰਿਕਟ ਦਾ ਫਰੀਦਕੋਟ ਤੋਂ, ਤੇ ਇੱਕ ਕੋਈ ਗੁਪਤਾ ਜੀ ਨੇ ਕੋਟਕਪੂਰੇ ਦੇ ਫਿਰ ਫਰੀਦਕੋਟ ਡਿਸਟ੍ਰਿਕਟ ਤੋਂ, ਉਹਨਾਂ ਨੂੰ ਆ ਤੈਨੂੰ ਪਤਾ ਹੋਣਾ ਸਰ ਉਹਨਾਂ ਨੂੰ ਚਾਰਜ ਦੇਤਾ। ਸਾਰਾ ਕੰਮ ਕੰਪਨੀ ਹਰਿਆਣੇ ਦੀ ਸ਼ੋਅ ਕੀਤੀ ਹੈ, ਸਪਲਾਇਰ ਪਿੱਛੋਂ ਇਹ ਬਣ ਗਏ। ਕੱਲੀ ਇਹ ਗੱਲ ਨਹੀਂ, ਅੱਗੇ ਜੋ ਹੋਰ ਵੀ ਆਉਂਦਾ ਕੰਮ ਕਿ ਇਹ ਬੰਦਾ ਜਿਹੜਾ ਇਹ ਰਾਕੇਸ਼ ਕੁਮਾਰ ਸਿੰਗਲਾ ਪੁਆਇੰਟਮੈਨ ਹੈ ਸਾਰੇ ਕਪਲੇਬਾਜ਼ੀ ਦਾ। ਉੱਥੇ ਕਿਸੇ ਤਰੀਕੇ ਦੀ ਜੇ ਵਿਜੀਲੈਂਸ ਦਾ ਚੀਫ ਹੀ ਐਡਾ ਵੱਡਾ ਡਾਕੂ ਲੱਗ ਜੇ ਜਿਹੜਾ ਡਿਮੋਟਡ ਹੋਵੇ, ਸੀਨੀਅਰਟੀ ਦੀਆਂ ਧੱਜੀਆਂ ਉਡਾ ਕੇ ਜਿਹਨੂੰ ਲਾਇਆ ਹੋਵੇ, ਉਹਨੇ ਕਿਸ ਗੱਲ ਤੇ ਚੈੱਕ ਰੱਖਣਾ, ਕੀ ਰੱਖਣਾ। ਔਰ ਇਹ ਕਿ ਆਮ ਨੋਨ ਫੈਕਟ ਹੈ ਕਿ ਜਿੰਨੀ ਵੀ ਕਰਪਸ਼ਨ ਹਲੇ ਤਾਂ ਤੁਸੀਂ ਜੇ ਅੱਜ CBI ਦੀ ਇਨਕੁਆਇਰੀ ਜ਼ਿਲ੍ਹੇਵਾਰ ਹੋ ਜੇ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜੋ ਸਟਾਕ ਗਡਾਊਨਾਂ 'ਚ ਸ਼ੋਅ ਕੀਤਾ ਜਾ ਰਿਹਾ ਉਹ ਸਟਾਕ ਗਡਾਊਨਾਂ 'ਚ ਹੈ ਹੀ ਨਹੀਂ। ਔਰ ਜਿਸ ਤਰੀਕੇ ਨਾਲ ਜਿੰਨਾ ਮਟੀਰੀਅਲ ਦੇਖੋ, CC ਲਿਮਿਟ ਸਰਕਾਰ ਲਵੇ, ਮਟੀਰੀਅਲ ਬਾਹਰ ਤੋਂ ਆਵੇ, ਜਿਹੜਾ 1000 ਰੁਪਏ ਤੇ ਲੈ ਕੇ ਇੱਥੇ 1800 ਦਾ ਬਿੱਲ ਕੱਟ ਕੇ ਇੱਥੇ ਲੱਗਿਆ ਹੋਵੇ, ਕਿਸੇ ਨੇ ਉਹਨੂੰ ਚੈੱਕ ਨਾ ਕੀਤਾ ਹੋਵੇ। ਮਾਰ ਕਿਹਨੂੰ ਪਈ? ਪੰਜਾਬ ਦੇ ਕਿਸਾਨਾਂ ਨੂੰ, ਜਿਹਨੂੰ 1800 ਦਾ ਮਿਲਣਾ ਸੀ ਉਹਨੂੰ 1800 ਮਿਲੇ ਨਹੀਂ। ਔਰ ਕੇਵਲ ਤੇ ਕੇਵਲ ਕਰਪਸ਼ਨ ਕਰਕੇ 800-900 ਕੁਛ 4 ਅਫਸਰ ਰਲ ਕੇ, ਇੱਕ ਵਜ਼ੀਰ ਰਲ ਕੇ ਕਮਾਈ ਕਰਕੇ ਕੁਛ ਸ਼ੈਲਰ ਵਾਲਿਆਂ ਨਾਲ। ਇਸ ਵੱਡੇ ਲੈਵਲ ਦੀ ਕਰਪਸ਼ਨ ਜਿਹੜੀ ਉੱਥੇ ਚੱਲ ਰਹੀ ਹੈ,
ਇਹ ਸਾਰਾ ਤੁਹਾਡੇ ਸਾਹਮਣੇ ਲੈ ਕੇ ਆਏ ਆ। ਔਰ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਕੱਲਾ ਇਹ ਨਹੀਂ, ਜੇ ਅੱਜ ਇੰਪੋਰਟ ਸਿੰਗਲੇ ਦੀ ਔਰ ਇੱਕ ਇਹਦਾ ਹਾਂ ਸੱਚ ਵੈਰੀ ਇੰਪੋਰਟੈਂਟ, ਇਹਦਾ ਲਿੰਕ ਕਿਹਦੇ ਨਾਲ ਹੈ ਕਿ ਇਹਦਾ ਹੋਰ ਐਸੋਸੀਏਟ ਕੌਣ ਹੈ, ਤੂੰ ਜਾਣਦਾ ਹੋਏਗਾ ਮੇਰਾ ਵੀਰ ਆਪਣਾ ਵਿਸ਼ਾਲ ਜੀ, ਉਹ ਰਾਜਦੀਪ ਹੈ, ਇੱਕ ਬਹੁਤ ਚਰਚਿਤ ਇੱਕ ਰਾਜਦੀਪ ਹੈ ਖੰਨੇ ਤੋਂ, ਜਿਹੜਾ ਗੁਰਕੀਰਤ ਕੋਟਲੀ ਨਾਲ ਸ਼ਰਾਬ ਕਾਂਡ 'ਚ ਵੀ ਆਇਆ ਸੀ। ਉਹ ਰਾਜਦੀਪ ਦਾ ਫੋਨ ਨੰਬਰ ਹੈ 9815500005। ਇਹ ਤਾਂ ਇੱਕ ਨੰਬਰ ਹੈ, ਉਹਦੇ ਹੋਰ ਵੀ ਕਈ ਨੰਬਰ ਹੋਣੇ। ਜੇ ਇਹਦੀ ਜਾਂਚ ਹੋ ਜੇ ਤੇ ਕਹਿੰਦੇ ਸਿੰਗਲਾ ਤੇ ਇਹ ਰੋਜ਼ ਤੇ ਆਸ਼ੂ ਦੀ ਸਲਾਹ ਰੋਜ਼ ਦੀ ਹੈ ਕਿ ਕਿਹੜੀ ਠੱਗੀ ਕਿਵੇਂ ਮਾਰਨੀ ਹੈ, ਔਰ ਇਹ ਇੱਕ ਤਰੀਕੇ ਦਾ ਮੇਨ ਕਿੰਗ ਪਿਨ ਹੈ। ਇਸ ਲਈ ਮੇਰੀ ਫਰਸਟ ਡਿਮਾਂਡ CBI ਇਨਕੁਆਇਰੀ ਇਮੀਡੀਏਟਲੀ ਕਿ ਸਿੰਗਲਾ ਜਿਵੇਂ ਜਸਦੇਵ ਦੇਸ਼ ਛੱਡ ਕੇ ਭੱਜਿਆ, ਇਹ ਸਿੰਗਲਾ ਤੇ ਰਾਜਦੀਪ, ਰਾਕੇਸ਼ ਸਿੰਗਲਾ ਤੇ ਰਾਜਦੀਪ ਦੇਸ਼ ਛੱਡ ਕੇ ਨਾ ਭੱਜ ਜਾਣ, ਇਹਨਾਂ ਦੇ ਵੀ ਪਾਸਪੋਰਟ ਜ਼ਬਤ ਕੀਤੇ ਜਾਣ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਹੋਵੇ, ਕਾਲ ਡਿਟੇਲਸ ਨਿਕਲਣ। ਨਹੀਂ ਤਾਂ ਬਹੁਤ ਕੁਝ ਜਿਵੇਂ ਪਿਛਲੇ ਸਮੇਂ ਤੋਂ ਮੈਸੇਜ ਨਿਕਲ ਕੇ ਆਏ ਸੀ, ਹੋਰ ਕੁਝ ਵੀ ਬੜਾ ਕੁਝ ਖੁਰਤ-ਬੁਰਤ ਹੋ ਜੂ। ਜਿਵੇਂ ਪਹਿਲਾਂ ਉਹ ਇਲੀਗਲ ਮਾਈਨਿੰਗ ਦੇ ਟਹਿਲ ਸਿੰਘ ਸੇਖੋਂ ਦੀ ਕਹਾਣੀ ਸਾਹਮਣੇ ਆਈ ਸੀ, ਉਹਨੂੰ ਕੁੱਟਿਆ, ਉਹਦਾ ਕੀ ਹੋਇਆ ਅੱਜ ਤੱਕ? ਜਾਂ ਇਹਨਾਂ ਐਥਨੋਲ ਆਇਆ ਕਿੱਥੋਂ? ਰਾਜਪੁਰੇ 'ਚ ਉਹ ਡਿਸਟਿਲਰੀ ਵਾਸਤੇ ਹਾਲੇ ਤੱਕ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਨਿਕਲਿਆ। ਇਸੇ ਤਰ੍ਹਾਂ ਇਹ ਸਾਰਾ ਮਾਮਲਾ ਵੀ ਖੁਰਤ-ਬੁਰਤ ਹੋਊਗਾ। ਔਰ ਹਜ਼ਾਰਾਂ ਕਰੋੜ ਦਾ ਚੂਨਾ ਪੰਜਾਬ 'ਚ ਖਜ਼ਾਨੇ ਨੂੰ ਲਾਇਆ ਜਾ ਰਿਹਾ ਹੈ। ਔਰ ਨਵੀਂ ਡਰਾਈ ਕਲੀਨਿੰਗ ਦੀ ਜਿਹੜੀ ਦੁਕਾਨ ਖੁੱਲੀ ਹੈ, ਜਿਹੜੇ ਅਲੀ ਬਾਬਾ 80 ਚੋਰ ਨੇ ਉਹ ਕੱਲਾ ਹੁਣ ਜੁੜ ਗਏ ਆ। ਦੂਜੇ ਪਾਸੇ ਫਰਕ ਇਹਨਾਂ, ਮਗਰ ਜਿਹੜੀ ਠੱਗੀ ਠੋਰੀ ਆ ਉਸੇ ਤੇਜ਼ ਨਾ ਚਾਹੇ, ਕਿਉਂਕਿ ਉਹ PPCC ਦਾ ਦਫ਼ਤਰ ਚਲਾਉਣ 'ਚ ਯੋਗਦਾਨ ਪਾ ਰਹੇ। ਔਰ ਰਾਜਦੀਪ ਵੀ ਜਿਹੜਾ ਹੈ ਉਹ ਵੀ ਪਤਾ ਲੱਗਦਾ ਕੈਨੇਡੀਅਨ ਸਿਟੀਜ਼ਨ ਹੈ, ਉਹ ਵੀ ਨਹੀਂ ਲੱਭਣਾ ਤੁਹਾਨੂੰ। ਜਿਵੇਂ ਜਸਦੇਵ ਨਹੀਂ ਲੱਭਿਆ, ਉਸ ਤਰ੍ਹਾਂ ਸਿੰਗਲਾ ਨਹੀਂ ਲੱਭਣਾ, ਉਸ ਤਰ੍ਹਾਂ ਰਾਜਦੀਪ ਨਹੀਂ ਲੱਭਣਾ, ਫਿਰ ਲੱਭਦੇ ਰਹੋ। देखो ये चीज़ां तो सब तो पहला कि थोड़े माध्यम असी थोड़े ध्यान च लिया के कि रेलेवेंट क्वेश्चन तुसी भी पुछो। जे सानू लग्या कि सरकार कुछ नहीं कर रही, धरने असी पहला भी इन्हां दे खिलाफ दिते आ, गां भी दवांगे। और अखीर च फिर जद कोई रस्ता नहीं रह जाता, फिर सुभाविक है जद सरकार कवर अप ते लग जे। और हले भी मैनू आस है कि सरकार स्टेट गवर्नमेंट भावें कवर अप कर ले, मगर एक CBI की इनक्वायरी शुरू हुई है इन्हां चीज़ों ते। जिहड़ी शैलर वाले जिथे आके बाहरों ये मटीरियल लगता रहा और डबल रेट ते बेचा जा रहा, पंजाब के किसानों का नुकसान किया जा रहा। तुसीं आप फोटोआं वेखियां ने किवें पंजाब के किसानों ने ट्राले दे ट्राले घेरे। इसलिए जे सारे सिस्टम फेल हो जाएंगे, फिर अखीर च कोर्ट का रस्ता उत्थे जरूर जावांगे। मगर इमीडिएट सैकिंग और पासपोर्ट सैकिंग ऑफ मिनिस्टर और पासपोर्ट जब्त होन और इन्हां लोकां नूं रोका जाए, नहीं तो जसदेव वांगू ये भी नहीं लभने। और मुड़ के आशू ने भी कह देना कि आ इहदा दिमागी संतुलन विगड़िया सी ते काम इन्हें तो मुका देनी इन्हां ने। ਇਹ ਕਾਗਜ਼ ਇਹਨਾਂ ਨੂੰ ਕਰਦੀ ਯਾਰ ਜਿਹੜਾ ਉਹ ਮੰਡੀਆਂ ਦੇ ਵਿੱਚ ਜਿਹੜੀ ਲੋਡਿੰਗ ਅਨਲੋਡਿੰਗ ਦੀ ਵੱਡੀ ਪ੍ਰੋਬਲਮ ਆਈ ਤੇ ਆੜਤੀਆਂ ਤੋਂ ਮਰਮਾਂ ਦੇ ਜਿਹੜੇ ਰੇਟ ਸੀਗੇ ਉਹ ਵਸੂਲੇ ਵੀ ਗਏ। ਹਾਂ ਨਹੀਂ ਆ ਕਾ FIR ਡਿਟੇਲ ਇੱਕ ਆ ਮੇਰੇ ਕਾਗਜ਼ ਜੜਦੀ ਵਗ ਗਈ। ਮੰਡੀਆਂ ਦੇ ਵਿੱਚ ਲੋਡਿੰਗ ਫੋਟੋ ਭੇਜ ਦੀ। ਮੰਡੀਆਂ ਦੇ ਵਿੱਚ ਲੋਡਿੰਗ ਅਨਲੋਡਿੰਗ ਦੇ ਜਿਹੜੇ ਰੇਟ ਸੀਗੇ ਮਨਮਰਜ਼ੀ ਦੇ ਵਸੂਲ ਵੀ ਕੀਤੇ ਗਏ ਤੇ ਆੜਤੀ ਹੁਣ ਵੀ ਕਾਫੀ ਪ੍ਰੋਟੈਸਟ ਦੇ ਵਿੱਚ ਵੀ ਨੇ ਤੇ ਉਹਨਾਂ ਨੂੰ ਬਹੁਤ ਦੇਖੋ ਲੋਡਿੰਗ ਐਂਡ ਅਨਲੋਡਿੰਗ ਦਾ ਸਾਰਾ ਹੀ ਕਬਜ਼ਾ ਰਾਕੇਸ਼ ਸਿੰਗਲੇ ਦੇ ਥਰੂ ਕਈ ਕਾਂਗਰਸੀ ਨੇ ਆਪਣੇ ਹੱਕ 'ਚ ਲਿਆ ਹੋਇਆ। ਰੇਟ ਵੀ ਵਧੇ ਹੋਏ ਆ, ਰਲ ਮਿਲ ਕੇ ਕਰਪਸ਼ਨ ਹੋ ਰਹੀ ਹੈ। ਇਹਦਾ ਰੌਲਾ ਆੜਤੀਆਂ ਨੇ ਸਭ ਨੇ ਸਮੇਂ ਨਾਲ ਪਾਇਆ, ਮਗਰ ਰਿਜ਼ਲਟ ਜ਼ੀਰੋ ਰਿਹਾ। ਮੈਂ ਬਾਰ-ਬਾਰ ਕਹਿ ਰਿਹਾ ਇਹਦੇ 'ਚ ਇੱਕ ਘਪਲਾ ਨਹੀਂ, ਇੱਕ ਤਾਂ ਸਟਾਕ ਦਾ, ਗੋਦਾਮਾਂ ਦਾ, ਟਰਾਂਸਪੋਰਟ ਦਾ, ਕ੍ਰੇਟਾਂ ਦਾ, ਗਨੀ ਬੈਗਸ ਦਾ, ਲੇਬਰ ਦਾ,
ਫਿਰ ਜਿਹੜੀ ਬਾਹਰੋਂ ਪੈਡੀ ਤੇ ਆਈ ਆ ਇੱਥੇ ਤੇ ਆਈ 1000 ਦੀ ਆ, ਬਿਲਿੰਗ 1800 ਦੀ ਕੀਤੀ ਆ। ਹਰ ਚੀਜ਼ ਦਾ ਜੇ ਘਪਲੇ ਦਾ ਤੁਸੀਂ ਟੋਟਲ ਹਿਸਾਬ ਲਾਓ ਤੇ ਇਹ ਮੈਂ ਟਿਪ ਆਫ ਦੀ ਆਈਸਬਰਗ ਕਹਿ ਰਿਹਾ ਕਿ ਇਹ 5000 ਕਰੋੜ ਤੋਂ ਵੱਧ ਟੱਪ ਜੂਗਾ ਜੇ ਸਾਰੀ ਜਾਂਚ ਇਹਦੀ ਹੋਣ ਲੱਗ ਜਾਏ। ਔਰ ਇਹਦਾ ਬੈਨੀਫਿਸ਼ਰੀ ਇੱਕ ਭਾਰਤ ਭੂਸ਼ਣ ਆਸ਼ੂ ਤੇ ਜਿਹੜੇ ਦਿੱਲੀ 'ਚ ਬੈਠੇ ਇਹਦੇ ਆਕਾ ਨੇ AICC ਦੇ ਦਫ਼ਤਰ ਵਾਲੇ ਮੈਂ ਸਮਝੂੰਗਾ, ਔਰ PPCC ਦੇ ਦਫ਼ਤਰ ਨੂੰ ਚਲਾਉਣ ਵਾਲੇ ਲੋਕ ਹੈ। ਤਦੇ ਇਹ ਜਿਨ੍ਹਾਂ ਨੂੰ ਵੱਡੇ ਚੋਰ ਠੱਗ ਕਿਹਾ ਜਾਂਦਾ ਸੀ ਆਦੋ, ਕਿਉਂਕਿ ਚਰਨ ਪੈ ਗਏ ਆ ਠੋਕੋ ਥਾਲੀ ਦੇ, ਬਾਬੇ ਰਾਮ ਰਹੀਮ ਦੇ ਚੇਲੇ ਦੇ, ਰਾਧੇ ਮਾਂ ਦੇ ਚੇਲੇ ਦੇ, ਤੇ ਹੁਣ ਇਹ ਸਾਰੇ ਪਵਿੱਤਰ ਹੁੰਦੇ ਜਾ ਰਹੇ ਆ ਜਿਹੜੇ ਦਿਖ ਰਹੇ ਆਪਾਂ ਨੂੰ। ਉਸੇ ਟਾਈਮ ਪੰਜਾਬ ਦੀਆਂ ਯੂਨੀਅਨ ਨੂੰ ਟੁੱਟਦੀਆਂ, ਕਾਸਪੁਰ ਯੂਨੀਅਨ ਟੁੱਟਦੀਆਂ, ਉਹਦੇ ਨਾਲ ਜਿਹੜੇ ਅਫਸਰ ਸੀ ਉਸੇ ਅਗਲੇ ਦਿਨ ਜਿਹੜਾ ਹੈਗਾ ਅਸੀਂ 22/9 ਦੀ ਗੱਲ ਕਰ 24/9 ਸਾਰੇ ਅਫਸਰ ਬਦਲ ਦਿੱਤੇ ਜਾਂਦੇ ਹੈ ਉਸੇ ਡਿਪਾਰਟਮੈਂਟ ਦੇ, ਕਿ AP ਸਿਨਹਾ ਇਕੱਲਾ ਰਹਿ ਜਾਂਦੇ ਨੇ ਜੀ। ਤੇ ਆਰਡਰ ਕਿੱਥੋਂ ਹੁੰਦੇ ਨੇ ਜੀ? ਕਿਉਂ ਇੱਕ ਅਫਸਰ ਸਿੰਗਲਾ ਉੱਤੇ ਤੈਨਾਤ ਰਹਿੰਦਾ, ਕਿ ਕਿਉਂ AP ਸਿਨਹਾ ਤੈਨਾਤ ਕਿਉਂ ਹੁੰਦੇ? ਸਾਰੀ ਜਿਹੜੀ ਹੈਗੀ ਆ ਜਿਹਨੂੰ ਕਹਿੰਦੇ ਉਹ ਸਾਰੇ ਡਿਪਾਰਟਮੈਂਟ ਵਿੱਚ ਕੀਤਾ ਜਾਂਦਾ। ਮਹਿਕਮੇ ਦਾ ਹੈੱਡ ਕੌਣ ਹੈ ਜੀ? ਮੰਤਰੀ। ਮੈਂ ਤਾਂ ਮੰਤਰੀ ਦੀ ਮਿਲੀ ਭੁਗਤ ਸਮਝਦਾ। ਮੰਤਰੀ ਦਾ ਕੰਮ ਹੈ ਜੇ ਉਹਦੇ ਮਹਿਕਮੇ 'ਚ ਕੋਈ ਗੜਬੜ ਹੋ ਰਹੀ ਹੈ ਉਸ ਨੂੰ ਰੋਕਣਾ, ਉਜਾਗਰ ਕਰਨਾ। ਜੇ ਉਹ ਨਹੀਂ ਕਰਦਾ ਫਿਰ ਉਹਦੀ ਮਿਲੀ ਭੁਗਤ ਹੈ, ਔਰ ਉਹ ਇਹਦੀ ਸਰਪ੍ਰਸਤੀ ਕਰ ਰਿਹਾ। ਇਸ ਤਰ੍ਹਾਂ ਜੀ ਜਿਹੜਾ ਠੋਕੋ ਤਾਲੀ ਹੈ ਨਾ ਉਹਦੇ ਥੋੜਾ ਦਿਮਾਗੀ ਮਾਮਲਾ ਵਿਗੜਿਆ ਹੋਇਆ। ਇਹਨੂੰ ਪੁੱਛ ਲਿਓ, ਸੁਪਰੀਮ ਕੋਰਟ ਦਾ ਚੀਫ ਜਸਟਿਸ ਲੱਗ ਗਿਆ, ਫੈਸਲਾ ਕੋਰਟ ਨੇ ਕਰਨਾ। ਦੇਖੋ ਜਿਹੜੀ ਚੀਜ਼ ਬੀਬੀ ਜੀ ਕੋਰਟ ਦੇ ਕੋਲ ਹੈ ਉਹਦਾ ਫੈਸਲਾ ਕੋਰਟ ਕਰੂ ਕਿ ਇਹ ਰਾਧੇ ਰਮਾ ਦਾ ਚੇਲਾ ਕਰੂ। ਇਸ ਲਈ ਤੁਸੀਂ ਉਹ ਤਾਂ ਕਮਲੀਆਂ ਰਮਲੀਆਂ ਮਾਰੀ ਜਾਂਦਾ, ਥੋੜਾ ਜੋਸ਼ 'ਚ ਵੀ ਹੈ, ਹੋਸ਼ ਵੀ ਗੋ ਪੈਂਦਾ। ਆਪਾਂ ਤਾਂ ਸਾਰੇ ਸਿਆਣੇ ਆ ਨਾ, ਹਾਈ ਕੋਰਟ ਦੇ ਫੈਸਲੇ ਹਾਈ ਕੋਰਟ ਨੇ ਕਰਨੇ, ਸੁਪਰੀਮ ਕੋਰਟ ਦੇ ਫੈਸਲੇ ਸੁਪਰੀਮ ਕੋਰਟ ਨੇ ਕਰਨੇ। ਨੋ ਮਤਲਬ ਇਹ ਲੈਜਿਸਲੇਚਰ, ਜੁਡੀਸ਼ਰੀ ਇਹ ਅੱਡ-ਅੱਡ ਵਰਟੀਕਲਸ ਨੇ, ਇਹਨੂੰ ਡੈਮੋਕ੍ਰੇਸੀ ਕਹਿੰਦੇ ਆ। ਔਰ ਇਹਦਾ ਫੈਸਲਾ ਜੁਡੀਸ਼ਰੀ ਦਾ ਆਨਰੇਬਲ ਜੱਜਸ ਸਾਹਿਬਾਨ ਲੈਣਗੇ ਜਾਂ ਚੀਫ ਜਸਟਿਸ ਸਾਹਿਬ ਲੈਣਗੇ। ਠੋਕੋ ਤਾਲੀ ਹਲੇ ਜੱਜ ਬਣਿਆ ਨਹੀਂ, ਜਦੋਂ ਬਣ ਜਾਊਗਾ ਤੇ ਫਿਰ ਵੀ ਤੁਸੀਂ ਫਿਰ ਉਹ ਸਵਾਲ ਪੁੱਛ ਲਓ। ਤੁਸੀਂ ਤੁਹਾਡੇ ਤੇ ਵੀ ਗੁੱਸਾ ਨਾ ਕਰਿਓ, ਉਹਦੀਆਂ ਰਮਲੀਆਂ ਕਮਲੀਆਂ ਦਾ ਕਿਸੇ ਅਸਰ ਨਾ ਮੰਨ ਲਿਆ ਕਰੋ। ਗੱਲ ਕੋਈ ਦਮ ਵਾਲੀ ਹੋਵੇ ਨਾ ਫਿਰ ਪੁੱਛੋ ਸਵਾਲ ਤੇ ਮੈਂ ਜਵਾਬ ਵੀ ਦੇ ਦੂੰ। ਮਗਰ ਇੱਕ ਗੱਲ ਹੈ, ਮਜੀਠੀਏ ਨੂੰ ਚੇਤੇ ਕਰੇ ਬਗੈਰ ਉਹਦਾ ਵੀ ਮਸਲਾ ਹੱਲ ਨਹੀਂ ਹੁੰਦਾ। ਇੱਕ ਗੱਲ ਪੱਕੀ ਆ, ਬਸ ਇੰਨਾ ਕੀ ਕਰੇ, ਕਿਉਂਕਿ ਰਾਤ ਨੂੰ ਮੈਨੂੰ ਪਤਾ ਲੱਗਿਆ ਬੀਬੀ ਸਿੱਧੂ ਕਹਿੰਦੀ ਬੱਸ ਕਰ ਹੁਣ, ਨਾ ਲੱਤਾਂ ਵੀ ਮਾਰਦਾ ਮੇਰਾ ਨਾਂ ਲੈ ਕੇ, ਕਿਤੇ ਹੋਰ ਨਾ ਨਾੜੀ ਨੂੜੀ ਪਾੜ ਜੇ ਉਹਦੀ। 6 ਫੁੱਟ 4 ਇੰਚ ਦਾ ਅਕਸਰ ਜ਼ਿਕਰ ਕਰ ਉਹ ਜਦੋਂ 6 ਫੁੱਟ 4 ਇੰਚ ਦਾ ਧੌਣ ਤੇ ਗੋਡਾ ਪਿਆ ਨਾ ਫਿਰ ਲੱਗੂ ਪਤਾ। ਹੋਰ ਦੱਸੋ ਹੁਣ ਇਹ ਗੱਲ ਆਪਾਂ ਦੇਖੋ ਜਿਹੜੇ ਵੱਡੇ ਠੱਗ ਬਾਰੇ ਆਏ ਨਾ ਬਾਗੜ ਬਿੱਲੇ ਦੀ ਕਰਨ ਵਾਸਤੇ ਉਹਦੀ ਕਰੀਏ। ਤੇ ਜਿਹੜਾ ਬਿੱਲਾ ਬਿਠਾਇਆ ਉਹ ਰਕੇਸ਼ ਸਿੰਗਲੇ ਦੇ ਰੂਪ 'ਚ, ਜਾਂ ਜਿਹਦਾ ਮਦਨ ਲਾਲ ਜਲਾਲਪੁਰਾ ਜਿਹੜਾ ਤਾਜ਼ਾ ਡਰਾਈ ਕਲੀਨਿੰਗ ਦੁਕਾਨ ਤੋਂ ਨਿਕਲਿਆ, ਜਿਹਦੇ ਬਾਰੇ ਕਾਂਗਰਸੀ ਰੌਲਾ ਪਾ ਰਹੇ ਆਪ, ਉਹਦੀ ਗੱਲ ਕਰ ਲਓ। ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਅੱਜ ਸਾਰੇ ਜਿਹੜੇ ਨੈਕਸਸ ਸੀਗੇ, ਜਿਨ੍ਹਾਂ ਦੇ ਨੈਕਸਸ ਦੇ ਵਿੱਚ ਨਾਮ ਆ ਰਹੇ ਸੀਗੇ, ਨਵਜੋਤ ਸਿੰਘ ਸਿੱਧੂ ਦੀ ਗੱਡੀ ਕੋਈ ਚਲਾ ਰਿਹਾ, ਕੋਈ ਗੱਡੀ ਦੇ ਵਿੱਚ ਬੈਠਿਆ ਹੋਇਆ ਹੈਗਾ, ਕਿ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਤੇ ਹੁਣ ਨੈਕਸਸ ਦਾ ਨਾਮ ਹੀ ਨਹੀਂ ਆ ਰਿਹਾ ਹੈਗਾ। ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਜੀ, ਮੈਂ ਅੱਜ ਮੇਰੀ ਨਾ ਤੁਸੀਂ ਗੱਲ ਸਾਰੀ ਸੱਜੇ ਖੱਬੇ ਲੈ ਜਾਣੀ ਆ। ਅੱਜ ਇਸ ਤੇ ਹੀ ਰੱਖੋ, ਆਰਾਮ ਨਾਲ ਸਾਰੇ ਮਸਲੇ ਤੁਹਾਨੂੰ ਬਾਅਦ ਚ ਦੱਸਾਂਗਾ। ਐਂਡ ਵਿਦ ਜਿਵੇਂ ਅੱਜ ਕਾਗਜ਼ ਲੈ ਕੇ ਆਏ ਉਹ ਵੀ ਕਾਗਜ਼ ਨਾਲ ਹੀ ਦੱਸੂਗਾ, ਕਿ ਐਵੇਂ ਇਹਦੇ ਵਾਂਗੂ ਨਹੀਂ ਕਿਵੇਂ ਕਮਲੀਆਂ ਠੋਕੀ ਜਾਊ। ਪੱਕੀ ਗੱਲ ਇੱਕ ਛੋਟੀ ਜਿਹੀ ਗੱਲ ਹੈ ਕਿ ਸਿੱਧੂ ਸਾਹਿਬ ਨੇ ਹਾਲਾਂਕਿ ਪਹਿਲਾਂ 4 ਸਾਹਬ ਹੋਣਾ ਪਊ ਤੇਰੇ ਲਈ, ਮੇਰੇ ਲਈ ਤਾਂ ਰਾਧੇ ਮਾਂ ਦਾ ਜਾਂ ਰਾਮ ਰਹੀਮ ਦਾ ਚੇਲਾ। ਉਹਨਾਂ ਨੇ ਨਵੇਂ ਸਲਾਹਕਾਰ ਵੀ ਰੱਖੇ, ਉਹਨਾਂ ਦੇ ਵਿੱਚ ਕਮਾਲਵਿੰਦਰ ਸਿੰਘ ਮਾਲੀ ਹੈ, ਉਹ ਬੜੇ ਤਹਿ ਚ ਨੇ, ਉਹਨਾਂ ਤੋਂ ਵੀ ਥੋੜੇ ਅੱਗੇ ਨਜ਼ਰ ਆ ਰਹੇ ਨੇ। ਉਹ ਕੈਪਟਨ ਸਾਹਿਬ ਹੀ ਦੱਸ ਸਕਦੇ ਜੀ ਉਹਦੇ ਬਾਰੇ। ਉਹ ਕਹਿੰਦੇ ਕੈਪਟਨ ਸਾਹਿਬ ਨੂੰ ਪਾਸੇ ਵੈਸੇ ਕੋਈ ਨਾ ਚ ਉਹ ਮੁਸਤਫਾ ਸਿਆਣਾ ਲੱਗਿਆ, ਉਹ ਕਹਿੰਦਾ ਜਿਹੜਾ ਸੁਣਦਾ ਕਿਸੇ ਨਹੀਂ, ਜਿਹੜਾ ਕਹਿੰਦਾ ਮੈਨੂੰ ਸਭ ਪਤਾ ਉਹਨੂੰ ਕਿਹੜੀ ਸਲਾਹ ਦੇ ਦਿਓਗੇ ਤੁਸੀਂ ਵੀ। ਜਦ ਸਵਾਲ ਮੈਂ ਵੇਖਿਆ ਜਦੋਂ PC ਹੁੰਦੀ ਆ ਤੁਹਾਡਾ ਸਵਾਲ ਤਾਂ ਲੈਂਦਾ ਨਹੀਂ, ਆਪ ਦੀ ਸੁਣਾ ਦਿੰਦਾ, ਇਸ ਲਈ ਉਹ ਜਿਹਨੂੰ ਕੀ ਸਲਾਹ ਦੇ ਦਿਓ। ਚੰਡੀਗੜ੍ਹ ਨਹੀਂ ਕਰਦੇ ਹੈਗੇ ਜਿਵੇਂ ਤੁਸੀਂ ਕਰਦੇ ਹੋ, ਚੰਡੀਗੜ੍ਹ ਨਹੀਂ ਕਰਦੇ। ਇਹ ਤਾਂ ਹੁਣ ਤੁਸੀਂ ਸਿਆਣੇ ਹੋ ਨਾ ਜੀ, ਉਹਨੂੰ ਸਲਾਹ ਵੀ ਦਿਓ ਵੀ ਚੰਡੀਗੜ੍ਹ ਕਰ। ਚੰਡੀਗੜ੍ਹ ਕਰ ਵੀ ਲੂ, ਤੈਨੂੰ ਨਹੀਂ ਸੱਦੂ।
ਜਿਹੜਾ ਪਚੀਦਾ ਸਵਾਲ ਪੁੱਛੇ ਨਾ ਉਹਨੂੰ ਨਹੀਂ ਸਾਦਾ, ਉਹ ਜਿਹੜੇ ਪਿਆਰ ਵਾਲੇ ਆ ਉਹਨਾਂ ਨੂੰ ਸਾਦਾ। ਚਲੋ ਉਹਨਾਂ ਦੀ ਮਰਜ਼ੀ ਹੈ ਜੀ, ਸਾਰੀ ਪਿਆਰ ਵਾਲੇ ਹੁੰਦੇ ਵੈਸੇ ਤਾਂ, ਮਗਰ ਕਈਆਂ ਨੂੰ ਕੋਈ ਚੰਗਾ ਲੱਗਦਾ ਵੱਧ, ਕਈਆਂ ਨੂੰ ਕੋਈ ਘੱਟ ਲੱਗ। ਮੇਰੇ ਲਈ ਤਾਂ ਸਾਰੇ ਸਤਿਕਾਰਯੋਗ ਹੈ ਜੀ। हाँ जी, उन्होंने कहा था कि मैं होम मिनिस्टर से मिला हूं और हमारा जो एडमिनिस्ट्रेटर है वो गवर्नर को हटाना नहीं चाहिए, एडमिनिस्ट्रेटर पक्का नहीं लगाना चाहिए। लेकिन सर मिनिस्ट्री ऑफ होम अफेयर्स का ये कहना है उनके स्पोक्सपर्सन का कि सुखबीर बादल जी ने होम मिनिस्टर से मिलकर इस तरह की कोई बात ही नहीं। देखो आए मिले है कि नहीं मिले है, चिट्ठी लिखी है कि नहीं लिखा, ये सुखबीर जी कैन बेस्ट आंसर दिस क्वेश्चन। मगर श्रोमणी अकाली दल का स्टैंड अज नहीं बड़े लंबे समय तो स्पष्ट है कि चंडीगढ़ साडा, चंडीगढ़ ते कोई फैसला होवे वो पंजाब दा, पंजाब नूं पुछ के ही हो सकता। और पंजाब ने पहले मैं समझदा है कांग्रेस की कमजोरी रही है, क्योंकि रूलिंग पार्टी अज दे समय च कांग्रेस है। चंडीगढ़ च पंजाब दे हक्कां दी रखवाली करनी चीफ मिनिस्टर कांग्रेस पार्टी का जो अज मौजूदा चीफ मिनिस्टर कैप्टन अमरिंदर सिंह की बनती है। मगर किथे ना किथे बहुत वड्डी कमी रही है कि ये साजिशां ਜਿਹੜੀਆਂ ਪਹਿਲਾਂ ਸ਼ੁਰੂ ਹੋਈਆਂ ਸੀ, ਅਸੀਂ ਰੁਕਾਈਆਂ ਸੀ, ਉਹ ਸਾजिशां ਫੇਰ ਸ਼ੁਰੂ ਹੋ ਰਹੀਆਂ ਨੇ। ਇਸ ਲਈ ਚੀਫ ਮਿਨਿਸਟਰ ਸ਼ੁੱਡ ਇਨਸ਼ੋਰ ਕਿ ਗਵਰਨਮੈਂਟ ਆਫ ਇੰਡੀਆ ਕਿਸੇ ਤਰੀਕੇ ਦਾ ਵੀ ਦਖਲ ਸਾਡੇ ਚੰਡੀਗੜ੍ਹ ਦੇ ਮਸਲੇ 'ਚ ਨਾ ਦੇ ਸਕਣ, ਔਰ ਚੰਡੀਗੜ੍ਹ ਦੇ ਫੈਸਲੇ ਜੋ ਰੇਸ਼ੋ ਬਣੀ ਹੈ 60-40 ਉਹਦੇ ਹਿਸਾਬ ਨਾਲ ਪੰਜਾਬ ਹੀ ਕਰੇ, ਹੋਰ ਕੋਈ ਨਾ ਕਰੇ। ਥੈਂਕ ਯੂ। ABP Sonja, जोश, जज्बा, जुनून।